करदी हां। सत श्री अकाल, उम्मीद है तुसीं सारे ठीक ठाक होवोगे। प्रोग्राम गल ते गल दा नवां एपीसोड लैके एक बार फिर तो हाज़र हाँ। गल ते गल दा ਇਹ एपीसोड स्पॉन्सर किया है विरसा ढाबा ने। ਇਹ ढाबा ਬਣਿਆ ਹੋਇਆ ਲਾਂਡਰਾ ਫਤਿਹਗੜ੍ਹ ਰੋਡ ਦੇ ਉੱਪਰ। ਜਦੋਂ ਤੁਸੀਂ ਫਤਿਹਗੜ੍ਹ ਤੋਂ ਮਹਾਲੀ ਲਾਂਡਰਾ ਵੱਲ ਨੂੰ ਆਉਂਦੇ ਹੋ ਤਾਂ ਇਹ ਤੁਹਾਨੂੰ 10 ਕਿਲੋਮੀਟਰ ਤੇ ਜਾ ਕੇ ਮਿਲੇਗਾ ਖੱਬੇ ਹੱਥ। ਅਗਰ ਤੁਸੀਂ ਲਾਂਡਰਾ ਮਹਾਲੀ ਤੋਂ ਫਤਿਹਗੜ੍ਹ ਸਾਹਿਬ ਨੂੰ ਜਾ ਰਹੇ ਹੋ ਤਾਂ ਇਹ ਤੁਹਾਨੂੰ 18 ਕਿਲੋਮੀਟਰ ਤੇ ਆ ਕੇ ਸੱਜੇ ਹੱਥ ਮਿਲੂਗਾ। सो अज का ये साडा गल ते गल दा एपीसोड इन्हां वालों स्पॉन्सर किया गया। इन्हां दी लोकेशन ते आके तुसीं खाना इंजॉय कर सकते हो। बहुत स्वाद इन्हां दा खाना। शुद्ध वैष्णो ढाबा ते बहुत जल्द ही ड्राइव थ्रू भी स्टार्ट करने वाले ने। ते अज दे इस एपीसोड च जो असीं गलबात करन जा रहे हां 8 मार्च नूं लंघ के गया साडा इंटरनेशनल वूमेनस डे अते हमेशा असीं वूमेन एम्पावरमेंट दीयां गल्लां करदे हां। पर अज जिहड़ियां कुछ बेसिक चीज़ां ने जिहदे नाल अज दी औरत जां अज दीयां कुड़ियां अपने आप नूं खुद एम्पावर कर सकदियां ने जां जिहड़ियां चीज़ां साडे च होणियां चाहीदियां ने ते जिन्हां प्रति असीं घट दिलचस्पी दिखाउने आ जां घट रुचि रखदे हां जां जिन्हां नूं आपां नूं लगदा है कि ये चीज़ां मेरे लिए सीखणियां जरूरी नहीं जां मेरी परसनैलिटी दा चीज़ां हिस्सा नहीं होणियां चाहीदियां। ये मेरा जिहड़ा पार्टनर आ जां मेरा फैमिली मैंबर कोई तुहाडे होर ने उहदे विच तुहाडे फादर साहब तुहाडा ब्रदर भी आ जांदा आ कि वो करते रहणगे। सो अज कुछ बेसिक चीज़ां असीं इहदे विच डिस्कस करांगे। एक बार फिर तो दस रही हाँ कि अज दा इह गल ते गल दा प्रोग्राम एपीसोड स्पॉन्सर किया विरसा ढाबा ने। सत श्री अकाल भैणे। सत श्री अकाल गुरदीप, किवें हो तुसीं? मैं वधिया। कितना स्वाद जिहा खाना घर दा। बहुत टाइम बाद है ना। उदा भी मतलब ਆਪਾਂ ਮਿਲੇ ਤੇ ਕਾਫੀ ਟਾਈਮ ਬਾਅਦ ਅੱਜ ਬਾਹਰ ਜੇ ਨਿਕਲੇ ਆ ਨਾ। ਹਾਂ ਆਪੇ ਨੂੰ ਨਾ ਕਦੇ ਕਦੇ ਆਪਣਾ ਕੰਮ ਬਹੁਤ ਵਧੀਆ ਲੱਗਦਾ ਹੁੰਦਾ ਵੀ ਨਾਲੇ ਤਾਂ ਆਪਾਂ ਕੰਮ ਕਰ ਲੈਂਦੇ ਨਾਲੇ ਘੁੰਮ ਫਿਰ ਲੈਂਦੇ ਨਾਲੇ ਖਾ ਖੂ ਲਈਦਾ ਨਾਲੇ ਆਪਾਂ ਬਹੁਤ ਸਾਰੇ ਨਵੇਂ ਲੋਕਾਂ ਨੂੰ ਮਿਲ ਲੈਂਦੇ ਆ। ਬਿਲਕੁਲ। ਤੇ ਇੰਟਰਨੈਸ਼ਨਲ ਵੂਮਨਸ ਡੇ ਲੰਘ ਕੇ ਗਿਆ, ਕੌਮਾਂਤਰੀ ਔਰਤ ਦਿਹਾੜਾ। ਤੇ ਤੁਹਾਨੂੰ ਫਿਰ ਕਿੱਦਾਂ ਲੱਗਦਾ ਹੈ ਕਿ ਇੱਕ ਜਿਹੜੀ ਔਰਤ ਆ ਜਾਂ ਜਨਾਨੀ ਆ ਉਹ ਆਪਣੇ ਆਪ ਨੂੰ ਖੁਦ ਕਿਵੇਂ ਇੰਪਾਵਰ ਕਰ ਸਕਦੀ ਆ? ਆਪਣੇ ਨਾ ਰਣਦੀਪ ਉਹਨਾਂ ਨੇ ਇੰਟਰਵਿਊ ਕੀਤਾ ਸੀ ਬੀਬੀ ਪਰਮਜੀਤ ਕੌਰ ਲਾਂਡਰਾ ਨੂੰ। ਤੇ ਜਦੋਂ ਇੰਟਰਵਿਊ ਕਰ ਰਹੇ ਸੀ ਤਾਂ ਬੀਬੀ ਜੀ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਉਹਨੂੰ ਸਮ ਅਪ ਕੀਤਾ। ਉਹ ਕਹਿੰਦੇ ਕਿ ਆਪਣੀਆਂ ਜਿਹੜੀਆਂ ਔਰਤਾਂ ਨੇ ਨਾ ਉਹ ਖੁਦ ਵੀ ਆਪਣੇ ਆਪ ਨੂੰ ਇੰਪਾਵਰ ਨਹੀਂ ਕਰਦੀਆਂ ਹੈਗੀਆਂ ਨਾ। ਮੰਨ ਲਓ ਕਹਿੰਦੇ ਵੀ ਛੋਟੀਆਂ ਚੀਜ਼ਾਂ ਨੇਗੀਆਂ ਵੀ ਜਦੋਂ ਕਿਤੇ ਉਹ ਟੀਵੀ ਲਾਉਣਗੀਆਂ ਹਮੇਸ਼ਾ ਡਰਾਮਾ ਦੇਖਣ ਦੇ ਲਈ ਟੀਵੀ ਲਾਉਂਦੀਆਂ, ਮਤਲਬ ਸਾਰੀਆਂ ਹੀ ਨਹੀਂ ਜ਼ਿਆਦਾਤਰ ਹੈ ਨਾ। ਜਾਂ ਕਹਿੰਦੇ ਕੋਈ ਫਿਲਮ ਦੇਖਣ ਲਈ ਲਾ ਲੈਣਗੀਆਂ। ਆਪਾਂ ਕਹਿੰਦੇ ਕਦੇ ਵੀ ਦੁਨੀਆ ਰਾਜਨੀਤੀ ਨੂੰ ਸਮਝਣ ਦੇ ਲਈ ਕਦੇ ਟੀਵੀ ਔਨ ਨਹੀਂ ਕਰਦੇ ਵੀ ਮੈਂ ਖਬਰਾਂ ਸੁਣਨ ਦੇ ਲਈ ਟੀਵੀ ਲਾ ਰਹੀ ਹਾਂ ਹੈ ਨਾ। ਇਹ ਮੈਨੂੰ ਸੱਚੀ ਉਹਨਾਂ ਦੀ ਗੱਲ ਸਹੀ ਲੱਗੀ ਕਿ ਆਪਾਂ ਆਲੇ ਦੁਆਲੇ ਤੋਂ ਅਵੇਅਰ ਹੀ ਨਹੀਂ ਹੁੰਦੇ ਇਹਨਾਂ ਚੀਜ਼ਾਂ 'ਚ। ਔਰਤਾਂ ਦੀ ਦਿਲਚਸਪੀ ਬਹੁਤ ਘੱਟ ਹੁੰਦੀ ਹੈ ਵੀ ਆਲੇ ਦੁਆਲੇ ਕੀ ਵਾਪਰ ਰਿਹਾ, ਕਿਹੜੀ ਪੋਲੀਟੀਕਲ ਪਾਰਟੀ ਆ ਗਈ, ਕਿਹੜੀ ਚਲੀ ਗਈ ਹੈ ਨਾ, ਜਾਂ ਕੀ ਚੀਜ਼ਾਂ ਜਿਹੜੇ ਨਵੇਂ ਕਾਨੂੰਨ ਕੀ ਬਣੇ ਨੇ ਕਿ ਆਲੇ ਦੁਆਲੇ ਸਾਡੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੀ ਹੋ ਰਿਹਾ ਵਾ। ਉਹ ਕਹਿੰਦੇ ਇਹਨਾਂ ਚੀਜ਼ਾਂ ਪ੍ਰਤੀ ਸਾਨੂੰ ਦਿਲਚਸਪੀ ਨਹੀਂ ਹੁੰਦੀ ਅਤੇ ਅਸੀਂ ਆਪਣੇ ਆਪ ਨੂੰ ਅਪਡੇਟ ਨਹੀਂ ਕਰਦੇ ਹੈਗੇ। ਮੈਨੂੰ ਉਹਨਾਂ ਦੀ ਗੱਲ ਬੜੀ ਵਧੀਆ ਲੱਗੀ ਵੀ ਆਪਾਂ ਹਮੇਸ਼ਾ ਵੂਮਨ ਇੰਪਾਵਰਮੈਂਟ ਦੀ ਗੱਲ ਕਰਦੇ ਰਹਿੰਦੇ ਹਾਂ ਪਰ ਅਸੀਂ ਖੁਦ ਔਰਤਾਂ ਵੀ ਆਪਣੇ ਆਪ ਨੂੰ ਕਿਤੇ ਨਾ ਕਿਤੇ ਪਿੱਛੇ ਕਰ ਲੈਂਦੇ। ਉਹ ਕਹਿੰਦੇ ਬੇਸਿਕ ਰਾਈਟਸ ਤੱਕ ਵੀ ਆਪਾਂ ਨੂੰ ਨਹੀਂ ਪਤਾ ਹੁੰਦੇ ਹੈਗੇ ਆਪਣੇ ਕਿਹੜੇ ਨੇਗੇ ਹੈ ਨਾ। ਬਿਲਕੁਲ ਗੁਰਦੀਪ, ਇੱਕ ਵਾਰੀ ਮੈਂ ਜਦੋਂ ਸੋਨਪ੍ਰੀਤ ਨੂੰ ਉਹਨੂੰ ਸੁਖਪਾਲ ਤੇ ਸੋਨਜੀਤ ਨੂੰ ਇੰਟਰਵਿਊ ਕੀਤਾ ਸੀਗਾ ਹੈ ਨਾ। ਤੇ ਉਹ 'ਚ ਸੋਨਜੀਤ ਨੇ ਇੱਕ ਗੱਲ ਕਹੀ ਸੀਗੀ ਕਿ ਬਹੁਤ ਸਾਲ ਮੇਰੇ ਵਿਆਹ ਤੋਂ ਬਾਅਦ ਮੈਂ ਪੇਂਟਿੰਗ ਨਹੀਂ ਕੀਤੀ। ਉਹ ਮਤਲਬ ਬਹੁਤ ਚੰਗੀ ਪੇਂਟਿੰਗ ਕਰਦੀ ਆ ਹੈ ਨਾ। ਅਤੇ ਉਹ ਕਹਿੰਦੀ ਕਿ 12-13 ਸਾਲ ਲੰਘ ਗਏ ਸੀਗੇ ਇਸ ਚੀਜ਼ ਨੂੰ ਅਤੇ ਮੈਨੂੰ ਲੱਗਿਆ ਕਿ ਮੈਨੂੰ ਕਿਸੇ ਨੇ ਰੋਕਿਆ ਤਾਂ ਹੈ ਨਹੀਂ ਗਾ ਹੈ ਨਾ। ਮੈਂ ਆਪਣੀਆਂ ਜ਼ਿੰਮੇਵਾਰੀਆਂ 'ਚ ਜਾਂ ਬੱਚਿਆਂ ਨੂੰ ਪੈਦਾ ਕਰਨ, ਫਿਰ ਉਹਨਾਂ ਨੂੰ ਪਾਲਣ 'ਚ, ਆਪਦੀ ਜੋਬ 'ਚ, ਆਪਦੇ ਘਰ ਨੂੰ ਇੰਨਾ ਜ਼ਿਆਦਾ ਟਾਈਮ ਦੇ ਰਹੀ ਹਾਂ ਤਾਂ ਮੈਨੂੰ ਲੱਗਿਆ ਕਿ ਮੈਂ ਘੰਟਾ ਆਪਦੇ ਸ਼ੌਂਕ ਨੂੰ ਨਹੀਂ ਦੇ ਸਕਦੀ ਹੈ ਨਾ। ਅਤੇ ਕਹਿੰਦੀ ਫਿਰ ਮੈਨੂੰ ਲੱਗਿਆ ਕਿ ਇਹ ਤਾਂ ਮੈਂ ਵੈਸੇ ਹੀ ਮਤਲਬ ਆਪਣੇ ਜ਼ਿੰਦਗੀ 'ਚੋਂ ਇਸ ਚੀਜ਼ ਨੂੰ ਗੈਰ ਹਾਜ਼ਰ ਕਰਤਾ। ਮੈਨੂੰ ਨਾ ਕਿਸੇ ਨੇ ਰੋਕਿਆ ਅਤੇ ਨਾ ਹੀ ਮੈਂ ਜੇ ਕਿਸੇ ਨੂੰ ਘਰੇ ਕਹਾਂ ਕਿ ਮੈਨੂੰ ਬਰੱਸ਼ ਜਾਂ ਮੈਨੂੰ ਪੇਂਟ ਚਾਹੀਦਾ ਅਤੇ ਨਾ ਹੀ ਕੋਈ ਬੰਦਾ ਘਰ 'ਚ ਇਹੋ ਜਿਹਾ ਜਿਹੜਾ ਕਹੂਗਾ ਕਿ ਨਹੀਂ ਹੈ ਨਾ। ਅਤੇ ਇਹ ਚੀਜ਼ ਹੈਗੀ ਆ ਕਿ ਸਾਨੂੰ ਨਾ ਕਈ ਵਾਰੀ ਕਿਸੇ ਚੀਜ਼ਾਂ ਲਈ ਰੋਕਿਆ ਵੀ ਨਹੀਂ ਜਾਂਦਾ ਅਤੇ ਨਾ ਹੀ ਸਾਨੂੰ ਕਿਹਾ ਜਾਂਦਾ ਹੈ ਕਿ ਜੇ ਤੂੰ ਇਹ ਚੀਜ਼ ਕਰੇਂਗੀ ਤਾਂ ਇਹ ਕੋਈ ਚੀਜ਼ ਬੁਰੀ ਆ ਹੈ ਨਾ। ਅਸੀਂ ਆਪਣੇ ਆਪ ਹੀ ਜ਼ਿੰਦਗੀ 'ਚੋਂ ਉਹਨਾਂ ਚੀਜ਼ਾਂ ਨੂੰ ਮਨਫੀ ਕਰ ਦਿੰਦੇ ਹਾਂ। ਜਿਵੇਂ ਸਾਨੂੰ ਲੱਗਦਾ ਕੁੜੀਆਂ ਨੂੰ ਕਿ ਕਾਰ ਜਾਂ ਸਕੂਟਰ ਡਰਾਈਵ ਕਰਨਾ ਮੁੰਡਿਆਂ ਦਾ ਹੀ ਕੰਮ ਹੈ ਨਾ। ਅਤੇ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਵੇਂ ਨਿਆਣਿਆਂ ਨੂੰ ਕਿਤੇ ਬਾਹਰ ਲੈ ਕੇ ਜਾਣਾ ਉਹ ਬੰਦਿਆਂ ਦਾ ਹੀ ਕੰਮ ਆ। ਬੱਚਿਆਂ ਦੀ ਸਕੂਲ ਮੀਟਿੰਗ ਅਟੈਂਡ ਕਰਨੀ ਉਹ ਬੰਦਿਆਂ ਦਾ ਹੀ ਕੰਮ ਹੁੰਦਾ ਹੈ ਨਾ। ਅਸੀਂ ਇਹੋ ਜਿਹਾ ਕੁਛ ਨਹੀਂ ਕਰਦੇ।
ਕਦੀ ਤੁਸੀਂ ਦੇਖਿਆ ਕਿ ਆਪਾਂ 15-16 ਸਾਲ ਦੀ ਉਮਰ ਦੇ ਹੁੰਨੇ ਆ, ਆਪਾਂ ਨੂੰ ਲੱਗਦਾ ਹੁੰਦਾ ਕਿ 20-22 ਸਾਲ ਤੱਕ ਮੇਰਾ ਵਿਆਹ ਹੋ ਜਾਏਗਾ, ਹੈ ਨਾ। ਆਪਾਂ ਵਿਆਹ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਜ਼ਿੰਦਗੀ 'ਚ ਤੁਹਾਨੂੰ ਕਿਵੇਂ ਦੇ ਇਨਸਾਨ ਨਾਲ ਤੁਹਾਡੀ ਨਿਭ ਸਕਦੀ ਹੈ। ਪਰ ਕੀ ਕਦੀ ਅਸੀਂ ਸੋਚਿਆ ਕਿ ਉਸ ਤੋਂ ਪਹਿਲਾਂ ਸਾਡੀਆਂ ਕੁਛ ਕੁ ਤਿਆਰੀਆਂ ਹੋਣੀਆਂ ਚਾਹੀਦੀਆਂ। ਕਦੀ ਆਪਾਂ ਡਰਾਈਵਿੰਗ ਨਹੀਂ ਸਿੱਖਣ ਲਈ ਸੋਚਦੇ, ਆਪਾਂ ਉਹੀ ਪੁਰਾਣੇ ਪੈਟਰਨ 'ਤੇ ਚੱਲਦੇ ਰਹਿੰਦੇ ਹਾਂ ਜਿਹਦੇ 'ਤੇ ਸਾਡੀਆਂ ਮਾਵਾਂ ਦਾਦੀਆਂ ਚੱਲਦੀਆਂ ਸੀ ਕਿ ਮੈਂ ਕੁਕਿੰਗ ਸਿੱਖ ਲਾਂ, ਮੈਂ ਸਟਿਚਿੰਗ ਸਿੱਖ ਲਾਂ। ਉਹ ਵੀ ਤੁਹਾਡੀ ਕਾਬਲੀਅਤ ਆ, ਉਹ ਵੀ ਜ਼ਰੂਰੀ ਆ। ਪਰ ਸਮੇਂ ਦੇ ਹਿਸਾਬ ਨਾਲ ਮੈਨੂੰ ਲੱਗਦਾ ਜਿੰਨਾ ਚਿਰ ਤੁਸੀਂ ਬਦਲਦੇ ਨਹੀਂ ਤਾਂ ਤੁਸੀਂ ਜਿੰਨੇ ਮਰਜ਼ੀ ਕਾਬਿਲ ਹੋਵੋ ਤੁਸੀਂ ਘਰ ਤੱਕ ਹੀ ਸੀਮਿਤ ਰਹਿ ਜਾਓਗੇ। ਜਿਵੇਂ ਮੈਨੂੰ ਲੱਗਦਾ ਹੁੰਦਾ ਕਿ ਚਲੋ ਖਾਣਾ ਬਣਾਉਣਾ ਉਹ ਤਾਂ ਅੱਜ ਕੱਲ੍ਹ ਇਕੱਲੀ ਕੁੜੀ ਦੀ ਨਹੀਂ, ਉਹ ਤਾਂ ਹਰ ਇੱਕ ਦੀ ਜ਼ਰੂਰਤ ਆ ਨਾ। ਆਪਣੇ ਨਾਲ ਹੁਣ ਕਿੰਨੇ ਮੁੰਡੇ ਨੇਗੇ ਜਿਹੜੇ ਬਾਹਰ ਪੀਜੀ 'ਚ ਰਹਿੰਦੇ ਨੇ ਤੇ ਕੰਮ ਕਰਦੇ ਨੇ ਨਾ, ਤੇ ਕਈ ਵਾਰੀ ਆਪਾਂ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਲੀਵਰ ਛੇਤੀ ਖਰਾਬ ਹੋ ਜਾਣਗੇ ਜਿੰਨਾ ਤੁਸੀਂ ਬਾਹਰੋਂ ਖਾਂਦੇ ਹੋ, ਹਨਾ। ਸਹੀ ਗੱਲ। ਤਾਂ ਥੋੜੀ ਥੋੜੀ ਕੰਮ ਦੀ ਆਦਤ ਸਾਰਿਆਂ ਨੂੰ, ਚਲੋ ਇਹ ਤਾਂ ਜਿਵੇਂ ਆਪਾਂ ਕਹਿੰਦੇ ਸੀ ਡੋਮੈਸਟਿਕ ਚੀਜ਼ਾਂ ਨੇਗੀਆਂ, ਹਨਾ। ਪਰ ਜਿਵੇਂ ਤੁਸੀਂ ਕਿਹਾ ਕਿ ਡਰਾਈਵਿੰਗ ਮੈਂ ਉਹ ਗੱਲ ਕਹਿਣ ਲੱਗੀ ਸੀਗੀ ਕਿ ਜੇ ਆਪਾਂ ਕਹੀਏ ਚਲੋ ਸ਼ਹਿਰਾਂ ਦੀ ਗੱਲ ਵੱਖਰੀ ਹੁੰਦੀ ਆ, ਪਰ ਜੇ ਆਪਾਂ ਪੂਰੇ ਪੰਜਾਬ ਦੀ ਰੇਸ਼ੋ ਕੱਢੀਏ ਨਾ ਵੀ ਕਿੰਨੀਆਂ ਔਰਤਾਂ ਕੋਲੇ ਡਰਾਈਵਿੰਗ ਲਾਇਸੈਂਸ ਆ, ਮੈਂ ਕਹਿੰਦੀ ਉਹ ਅੱਧੀ ਵੀ ਨਹੀਂ ਨਿਕਲਣੀ, ਹਨਾ। ਤਾਂ ਜਿਵੇਂ ਤੁਸੀਂ ਕਿਹਾ ਕਿ ਡਰਾਈਵਿੰਗ ਸਾਨੂੰ ਜ਼ਰੂਰੀ ਹੋਈ ਨਹੀਂ ਲੱਗਦੀ ਹੈਗੀ, ਹੈ ਨਾ। ਮੰਨ ਲਓ ਹੁਣ ਟਿਊਸ਼ਨ 'ਤੇ ਆਪਾਂ ਸਕੂਲ ਜਦੋਂ ਆਪਾਂ ਕਾਲਜ ਜਾਂ ਸਕੂਲ ਪੜ੍ਹਦੇ ਹੁੰਦੇ ਸੀ, ਆਪਾਂ ਟਿਊਸ਼ਨ 'ਤੇ ਜਾਣਾ ਹੁੰਦਾ ਸੀਗਾ, ਆਪਾਂ ਨੂੰ ਘਰੋਂ ਇੱਕ ਜਣੇ ਦੀ ਜ਼ਿੰਮੇਵਾਰੀ ਹੁੰਦੀ ਸੀਗੀ ਵੀ ਛੱਡ ਕੇ ਆਊਗਾ ਤੇ ਲੈ ਕੇ ਆਊਗਾ। ਤੇ ਜੇ ਮੇਰੇ ਭਰਾ ਨੇ ਜਾਣਾ ਉਹ ਖੁਦ ਮੋਟਰਸਾਈਕਲ ਸਕੂਟਰ ਚਲਾ ਕੇ ਚਲਾ ਜਾਂਦਾ ਹੁੰਦਾ ਸੀਗਾ ਨਾ। ਤਾਂ ਉਦੋਂ ਸ਼ਾਇਦ ਆਪਾਂ ਨੂੰ ਇਹ ਵੀ ਸੀਗਾ ਕਿ ਜਿਵੇਂ ਉਹਨਾਂ ਨੇ ਵੀ ਕੁਛ ਚੀਜ਼ਾਂ ਰਟੀਆਂ ਰਟਾਈਆਂ ਹੁੰਦੀਆਂ ਨੇ, ਤੇ ਉਦੋਂ ਇਹ ਪਰਿਵਾਰ ਵੀ ਜ਼ਰੂਰੀ ਨਹੀਂ ਸੀ ਸਮਝਦਾ ਹੁੰਦਾ ਕਿ ਇੱਕ ਕੁੜੀ ਨੂੰ ਵੀ ਆਉਣ ਜਾਣ ਦੇ ਲਈ ਇੰਡੀਪੈਂਡੈਂਟ ਹੋਣਾ ਚਾਹੀਦਾ, ਬਿਨਾਂ ਕਿਸੇ ਨੂੰ ਦੇਖਿਆ ਉਹ ਜਾਂ ਬਿਨਾਂ ਕਿਸੇ ਦੀ ਉਡੀਕ ਕੀਤੇ ਆਪਣਾ ਸਾਰਾ ਕੰਮ ਉਹ ਖੁਦ ਕਰ ਸਕੇ, ਹੈ ਨਾ। ਹੁਣ ਤਾਂ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਛੇਤੀ ਡਰਾਈਵਿੰਗ ਸਿੱਖੋ, ਕਿਉਂਕਿ ਉਹਨਾਂ ਨੂੰ ਪਤਾ ਵੀ ਅੱਜ ਕੱਲ੍ਹ ਸਾਰਿਆਂ ਦੇ ਰੁਝੇਵੇਂ ਹੁੰਦੇ ਨੇ ਤੇ ਬੱਚਿਆਂ ਦੀ ਅੱਜ ਜਿਵੇਂ ਇੰਨੀ ਦੌੜ ਭੱਜ ਵਾਲਾ ਸਮਾਂ ਚੱਲ ਰਿਹਾ, ਇੰਨੀ ਤੇਜ਼ੀ ਨਾਲ ਆਪਾਂ ਅੱਗੇ ਵਧ ਰਹੇ ਹਾਂ ਨਾ। ਜੇ ਤੁਸੀਂ ਆਪਣਾ ਕੰਮ ਕਰਨ ਦੇ ਲਈ ਨਹੀਂ ਕਿਸੇ ਜਗ੍ਹਾ ਤੇ ਪਹੁੰਚ ਸਕਦੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਪਿੱਛੇ ਰਹਿ ਜਾਂਦੇ ਹੋ ਨਾ। ਹੁਣ ਮੈਂ ਕੱਲ੍ਹ ਹੀ ਘਰੇ ਗਈ ਤਾਂ ਅਨੰਤ ਕਾਫੀ ਬਿਮਾਰ ਸੀਗੀ, ਹੈ ਨਾ, ਤੇ ਉਹਦੇ ਫਾਦਰ ਕਿਤੇ ਦੂਰ ਸ਼ੂਟ ਕਰ ਰਹੇ ਸੀਗੇ। ਤਾਂ ਹੁਣ ਬਜਾਏ ਇਸ ਦੇ ਕਿ ਮੈਂ ਉਹਨਾਂ ਨੂੰ ਉਡੀਕਦੀ, ਹੈ ਨਾ, ਮੈਨੂੰ ਡਰਾਈਵਿੰਗ ਆਉਂਦੀ ਆ ਜਾਂ ਆਪਣੇ ਕੋਲ ਵਹੀਕਲ ਹੈਗਾ ਆ ਤਾਂ ਆਪਾਂ ਉਹਨੂੰ ਜਾ ਕੇ ਡਾਕਟਰ ਦੇ ਦਿਖਾ ਲਿਆਂਦਾ ਨਾ। ਬਹੁਤੀਆਂ ਮੈਂ ਕੁੜੀਆਂ ਦੇਖੀਆਂ ਨੇਗੀਆਂ ਕਿ ਇਕੱਲੀਆਂ ਡਾਕਟਰ ਦੇ ਜਾਣ ਤੋਂ ਵੀ ਕਤਰਾਉਂਦੀਆਂ ਨੇ, ਹੈ ਨਾ। ਉਹਨਾਂ ਨੂੰ ਇਹ ਹੁੰਦਾ ਕਿ ਹਰ ਟਾਈਮ ਸਾਡੇ ਨਾਲ ਇੱਕ ਜਣਾ ਬੰਨਿਆ ਹੋਣਾ ਚਾਹੀਦਾ। ਪਰ ਜਿੱਥੇ ਆਪਾਂ ਕਹਿੰਦੇ ਵੀ ਔਰਤ ਨੂੰ ਅੱਗੇ ਵਧਣਾ ਚਾਹੀਦਾ, ਔਰਤ ਨੂੰ ਹੱਕ ਮਿਲਣੇ ਚਾਹੀਦੇ ਨੇ, ਔਰਤ ਨੂੰ ਆਪਾਂ ਬਰਾਬਰ ਸਮਝੋ, ਹੈ ਨਾ। ਪਰ ਮੈਂ ਕਹਿੰਦੀ ਹਾਂ ਕੁਛ ਚੀਜ਼ਾਂ ਦੇ ਵਿੱਚ ਅਸੀਂ ਆਪ ਹੀ ਬਰਾਬਰ ਕਿਉਂ ਨਹੀਂ ਹੋ ਜਾਂਦੇ, ਜਿਹੜੇ ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ, ਜਿਹਦੇ ਲਈ ਸਾਨੂੰ ਨਾ ਤਾਂ ਕੋਈ ਕਾਨੂੰਨੀ ਲੜਾਈ ਲੜਨ ਦੀ ਲੋੜ ਆ, ਨਾ ਹੀ ਕਿਤੇ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਆ, ਹੈ ਨਾ। ਤੁਸੀਂ ਖੁਦ ਇੰਡੀਪੈਂਡੈਂਟ ਹੋਵੋ, ਹੈ ਨਾ। ਆਉਣਾ ਜਾਣਾ ਤੁਸੀਂ ਉਹਦੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਤੁਸੀਂ ਪਬਲਿਕ ਟਰਾਂਸਪੋਰਟ 'ਤੇ ਜਾ ਰਹੇ ਹੋ ਤੁਹਾਨੂੰ ਰੂਟ ਪਤਾ ਹੋਣੇ ਚਾਹੀਦੇ ਨੇ। ਕਈ ਵਾਰ ਤੁਸੀਂ ਯਕੀਨ ਨਹੀਂ ਕਰੋਗੇ ਭੈਣੇ, ਆਪਾਂ 10 ਸਾਲ ਇੱਕੋ ਹੀ ਰਸਤੇ 'ਤੇ ਸਫ਼ਰ ਕਰਦੇ ਹੁੰਦੇ ਹਾਂ, ਪਰ ਆਪਾਂ ਕਿਸੇ ਦੇ ਨਾਲ ਬੈਠੇ ਹੁੰਦੇ ਹਾਂ, ਆਪਾਂ ਨੋਟਿਸ ਹੀ ਨਹੀਂ ਕਰਦੇ ਵੀ ਕਿੱਥੋਂ ਕਿਵੇਂ ਕਿਹੜੇ ਪਾਸੇ ਨੂੰ ਜਾਣਾ, ਕਿੱਥੋਂ ਮੁੜਨਾ, ਕਿਹੜੀਆਂ ਲਾਈਟਾਂ ਆਉਣੀਆਂ ਨੇ, ਕੀ ਮੈਂ ਚੌਂਕ ਕ੍ਰਾਸ ਕਰਨਾ, ਹੈ ਨਾ। ਉਹ ਤੁਹਾਨੂੰ ਉਦੋਂ ਪਤਾ ਲੱਗਦਾ ਜਦੋਂ ਤੁਸੀਂ ਖੁਦ ਡਰਾਈਵ ਕਰਕੇ ਜਾਂਦੇ ਹੋ, ਹੈ ਨਾ, ਜਾਂ ਖੁਦ ਤੁਸੀਂ ਕਿਸੇ ਬੱਸ ਗੱਡੀ ਦੇ ਵਿੱਚ ਸਫ਼ਰ ਕਰਦੇ ਹੋ ਨਾ। ਤੇ ਮੈਂ ਕਹਿੰਦੀ ਕਿ ਈਵਨ ਡਾਕਟਰ ਤੱਕ ਜਾਣ ਲਈ ਵੀ ਸਾਨੂੰ ਇਹ ਹੁੰਦਾ ਵੀ ਸਾਡੇ ਨਾਲ ਕੋਈ ਬੰਦਾ ਘਰੋਂ ਤੁਰੂਗਾ ਤਾਂ ਅਸੀਂ ਨਾਲ ਫੇਰ ਜਾਵਾਂਗੇ। ਐਵੇਂ ਜਿਵੇਂ ਤੁਸੀਂ ਗੱਲ ਕੀਤੀ ਕਿ ਸਕੂਲ ਦੀਆਂ ਐਡਮਿਸ਼ਨਸ ਦੀ ਗੱਲ ਹੁੰਦੀ ਹੈ ਨਾ, ਪੇਰੈਂਟ ਟੀਚਰਸ ਮੀਟਿੰਗ ਤੇ ਵੀ ਆਪਾਂ ਨੂੰ ਇਹ ਹੁੰਦਾ ਕਿ ਤੁਸੀਂ ਬੰਦਾ ਨਾਲ ਜਾਊਗਾ, ਨਾਲ ਚੱਲੋ। ਬੱਚਿਆਂ ਦੀ ਐਡਮਿਸ਼ਨ ਕਰਾਉਣੀ ਆ ਉਹਦੇ ਲਈ ਵੀ ਤੁਸੀਂ ਨਾਲ ਚੱਲੋ, ਹੈ ਨਾ। ਬੱਚਿਆਂ ਲਈ ਆਪਾਂ ਸਕੂਲ ਕਾਲਜ ਕੋਈ ਨਵਾਂ ਚੇਂਜ ਕਰਨਾ ਆ ਉਹਦੇ ਲਈ ਵੀ ਐਂ ਹੁੰਦਾ ਕਿ ਪਾਪਾ ਨੂੰ ਪੁੱਛ ਲਓ, ਪਾਪਾ ਹੀ ਜਾਣਗੇ, ਤੁਸੀਂ ਹੁਣ ਜਾਓ, ਹੈ ਨਾ। ਫਿਰ ਵੀ ਪਤਾ ਹੁੰਦਾ ਨਾ। ਆਪਾਂ ਕਹਿੰਦੇ ਕਿ ਬੰਦਿਆਂ ਨੂੰ ਪਤਾ ਹੁੰਦਾ, ਬੰਦੇ ਬਾਹਰ ਤੁਰਦੇ ਫਿਰਦੇ ਨੇ, ਸਾਨੂੰ ਕਦੋਂ ਪਤਾ ਲੱਗੂਗਾ ਜਦੋਂ ਤੁਸੀਂ ਤੁਰਨਾ ਫਿਰਨਾ। ਮੈਨੂੰ ਲੱਗਦਾ ਕਿ ਇਹ ਤਾਂ ਹੁੰਦਾ ਨਹੀਂ ਕਿ ਅਸੀਂ ਕਦੀ ਜ਼ਿੰਦਗੀ 'ਚ ਘਰ ਤੋਂ ਬਾਹਰ ਨਿਕਲੇ ਹੀ ਨਹੀਂ ਹੈਗੇ, ਹੈ ਨਾ। ਕਿਉਂਕਿ ਅਸੀਂ ਨਾ ਉਹਨਾਂ ਚੀਜ਼ਾਂ ਨੂੰ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਨਹੀਂ ਸਮਝਦੇ। ਹੁਣ ਜਿਵੇਂ ਤੁਸੀਂ ਡਾਕਟਰ ਦੇ ਜਾਣ ਦੀ ਗੱਲ ਕਹੀ ਆ, ਮੇਰੇ ਬੱਚੇ ਕਿੰਨੇ ਵੱਡੇ ਹੋ ਗਏ, ਕਿੰਨੀ ਵਾਰ ਆਪਾਂ ਨੂੰ ਡਾਕਟਰ ਦੇ ਜਾਣਾ ਪੈਂਦਾ, ਹੈ ਨਾ। ਅੱਜ ਹਜੇ ਤੱਕ ਵੀ ਆਪਾਂ ਉਹ ਕੁੜੀਆਂ ਜਾਂ ਉਹ ਲੇਡੀਜ਼ ਦੇਖਦੇ ਹਾਂ ਜਿਹੜੀਆਂ ਕਿ ਡਾਕਟਰ ਦੇ ਹਸਬੈਂਡ ਨਾਲ ਆਉਣਗੀਆਂ ਤੇ ਜੇ ਬੰਦਾ ਕਹੂਗਾ ਤੁਹਾਨੂੰ ਤੂੰ ਜਾ ਕੇ ਅੰਦਰ ਮਤਲਬ ਪਰਚੀ ਹੀ ਲਿਖਵਾ ਲਾ, ਹੈ ਨਾ, ਕਿ ਤੂੰ ਬੱਚੇ ਨੂੰ ਦਿਖਾਉਣਾ ਹੈ, ਤਾਂ ਉਹ ਉਦੋਂ ਤੱਕ ਵੀ ਜਦੋਂ ਕਾਰ ਸਾਈਡ ਤੇ ਲਾ ਕੇ ਉੱਤਰ ਕੇ ਨਹੀਂ ਆ ਜਾਂਦਾ ਉਦੋਂ ਤੱਕ ਵੀ ਉਹਦੀ ਬਾਹਰ ਹੀ ਖੜੀਆਂ ਵੇਟ ਕਰਦੀਆਂ ਰਹਿੰਦੀਆਂ ਨੇ, ਆਪਾਂ ਉਡੀਕਦੇ ਰਹਿੰਦੇ ਆ, ਹੈ ਨਾ। ਇਹ ਚਲੋ ਡਾਕਟਰ ਦੀ ਗੱਲ ਹੋ ਕਿ ਈਵਨ ਆਪਣੇ ਛੋਟੇ ਛੋਟੇ ਕੰਮ, ਤੁਸੀਂ ਕਿਸੇ ਨੇ ਬਿਊਟੀ ਸੈਲੂਨ ਜਾਣਾ, ਤੁਸੀਂ ਉੱਥੇ ਵੀ ਕਹਿੰਦੇ ਮੇਰੇ ਨਾਲ ਕੋਈ ਤੁਰੂਗਾ ਤਾਂ ਮੈਂ ਜਾਊਂਗੀ, ਨਾਲੇ ਤੇ ਤੁਸੀਂ 4 ਘੰਟੇ ਆਪਦੇ ਖਰਾਬ ਕਰਨੇ ਨੇ, ਦੂਜਾ ਬੰਦਾ ਤੁਸੀਂ ਫਾਲਤੂ ਦਾ ਨਾਲ ਟੰਗਿਆ ਹੋਇਆ, ਹੈ ਨਾ।
ਦੇਖੋ ਆਪਾਂ ਸ਼ਾਪਿੰਗ ਕਰਨ ਜਾਂਦੇ ਹੁੰਦੇ ਆ ਗੁਰਦੀਪ ਹਨਾ, ਆਪਾਂ ਨੂੰ ਪਤਾ ਹੁੰਦਾ ਕਿ ਕੁੜੀਆਂ, ਵੈਸੇ ਚਲੋ ਸਾਰੇ ਹਾਸੇ 'ਚ ਕਹਿੰਦੇ ਹੁੰਦੇ ਆ ਕਿ ਕੁੜੀਆਂ ਨੂੰ ਉਹੀ ਚੀਜ਼ ਪਸੰਦ ਆਉਂਦੀ ਹੈ ਜਿਹੜੀ ਉਹਨਾਂ ਨੂੰ ਪਸੰਦ ਆਉਂਦੀ ਹੁੰਦੀ ਆ ਹਨਾ। ਦੂਜਾ ਬੰਦਾ ਚਾਹੇ ਨਾਲ ਦਾ 10 ਚੀਜ਼ਾਂ ਰਿਕਮੈਂਡ ਕਰ ਦੋ, ਤੁਸੀਂ ਖਰੀਦਦੇ ਨਹੀਂ। ਤੇ ਆਪਾਂ ਨੂੰ ਇਹ ਵੀ ਆਦਤ ਹੁੰਦੀ ਆ ਵੀ ਆਪਾਂ ਸੂਟ ਇੱਕ ਲੈਣਾ ਹੁੰਦਾ, ਆਪਾਂ 10 ਖਲਵਾਉਣੇ ਆ ਹਨਾ, ਤੇ ਫਿਰ ਵੀ ਆਪਾਂ ਉੱਥੇ ਬੰਦੇ ਨੂੰ ਨਾਲ ਬੰਨ ਕੇ ਬਿਠਾ ਲੈਂਦੇ ਆ ਜਿਹਦਾ ਵਿਚਾਰੇ ਦਾ ਕੋਈ ਲੈਣ ਦੇਣ ਹੀ ਨਹੀਂ ਹੁੰਦਾ ਉਸ ਚੱਕਰ 'ਚ ਹਨਾ। ਤੇ ਕਿੰਨੇ ਕਿੰਨੇ ਘੰਟੇ ਆਪਾਂ ਉਸ ਚੀਜ਼ ਤੇ ਇੱਕ ਬੰਦੇ ਦੇ ਖਰਾਬ ਕਰ ਦਿੰਦੇ ਆ। ਮੈਨੂੰ ਲੱਗਦਾ ਉਹ ਵੀ ਇਕੱਲੇ ਜਾ ਕੇ ਤੁਸੀਂ ਕਰੋ ਨਾ, ਤੁਹਾਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ। ਤੁਸੀਂ ਮਤਲਬ ਮੈਨੂੰ ਤਾਂ ਐਂ ਲੱਗਦਾ ਹੁੰਦਾ ਕਿ ਮੈਂ ਕਿਸੇ ਨਾਲ ਖਰੀਦਦਾਰੀ ਨਹੀਂ ਕਰ ਸਕਦੀ ਨਾ, ਕਿਉਂਕਿ ਮੈਂ ਬਹੁਤ ਮਤਲਬ ਜੋੜ ਤੋੜ ਕਰਨੇ ਹੁੰਦੇ ਆ। ਤੇ ਐਵੇਂ ਹੀ ਸਾਰੀਆਂ ਚੀਜ਼ਾਂ ਨੇ। ਆਪਾਂ ਬਹੁਤ ਸਾਰੀਆਂ ਕੁੜੀਆਂ ਕਮਾਉਂਦੀਆਂ ਨੇ, ਉਹਨਾਂ ਨੂੰ ਆਪਣਾ ATM ਨਹੀਂ ਯੂਜ਼ ਕਰਨਾ ਆਉਂਦਾ ਹਨਾ, ਬੈਂਕ ਜਾਣਗੀਆਂ ਉਹਨਾਂ ਨੂੰ ਫਾਰਮ ਨਹੀਂ ਭਰਨਾ ਆਉਂਦਾ, ਉਹਨਾਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਵੀ ਕਿਤੇ ਮੈਨੂੰ ਇੱਥੇ ਫਾਰਮ ਭਰਨ ਲਈ ਨਾ ਕੋਈ ਕਹਿ ਦੇਵੇ। ਬਿਲਕੁਲ ਸਹੀ ਗੱਲ ਹੈ। ਤੇ ਇਹ ਤਾਂ ਸਾਨੂੰ ਕਿਸੇ ਨੇ ਨਹੀਂ ਸਿਖਾਉਣਾ, ਨਾ ਸਾਨੂੰ ਕੋਈ ਰੋਕਦਾ। ਮੈਨੂੰ ਲੱਗਦਾ ਕਿ ਬਹੁਤ ਸਾਰੇ ਬੰਦੇ ਇਸ ਚੀਜ਼ ਤੋਂ ਤੰਗ ਵੀ ਹੋ ਜਾਂਦੇ ਨੇ। ਜੇ ਤੁਸੀਂ ਉਹਨਾਂ ਦੇ ਬਦਲੇ ਅੱਧੀਆਂ ਜ਼ਿੰਮੇਵਾਰੀਆਂ ਕਰ ਲਓ ਨਾ, ਮੈਨੂੰ ਲੱਗਦਾ ਮਾਨਸਿਕ ਤੌਰ ਤੇ ਤੁਸੀਂ ਬਹੁਤ ਸਕੂਨ ਭਰ ਦਿੰਦੇ ਹੋ। ਨਾਲੇ ਨਾ ਮੈਂ ਕਹਿੰਦੀ ਕਿਸੇ ਘਰ 'ਚ ਹੋਵੇ ਜਿੱਥੇ ਤੁਹਾਨੂੰ ਕੋਈ ਬੰਦਿਸ਼ ਹੋਵੇ, ਮਤਲਬ ਕਿ ਆਪਣੇ ਕੰਮ ਕਰਨ ਇਕੱਲੇ ਤੁਸੀਂ ਘਰੋਂ ਨਹੀਂ ਨਿਕਲ ਸਕਦੇ, ਕੋਈ ਮਤਲਬ ਮੈਂ ਨਹੀਂ ਕਹਿੰਦੀ ਨਹੀਂ ਹੋਊਗਾ, ਅੱਜ ਵੀ ਇਹੋ ਜਿਹੇ ਪਰਿਵਾਰ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਤੁਸੀਂ ਜਿਹੜਾ ਕੋਈ ਕੰਮ ਹੈਗਾ ਸਾਨੂੰ ਦੱਸੋ ਅਸੀਂ ਕਰਾਂਗੇ, ਤੁਸੀਂ ਘਰੋਂ ਬਾਹਰ ਨਹੀਂ ਜਾਣਾ ਨਾ। ਪਰ ਮੈਂ ਕਹਿੰਦੀ ਉਹ ਗਿਣਤੀ ਫਿਰ ਵੀ ਬਹੁਤ ਘਟ ਗਈ ਆ ਹਨਾ। ਤੇ ਹੁਣ ਤਾਂ ਜਿਵੇਂ ਸਾਰੇ ਇੰਡੀਪੈਂਡੈਂਟ ਨੇ, ਸਾਰੇ ਪੜ੍ਹੇ ਲਿਖੇ ਨੇ, ਤੇ ਹਰ ਇੱਕ ਨੂੰ ਇਹ ਹੁੰਦਾ ਹੈ ਕਿ ਮੇਰੇ ਕੋਲ ਮੇਰੇ ਜਿੰਨਾ ਹੀ ਸਮਾਂ ਹਨਾ, ਜਾਂ ਜਦੋਂ ਮੇਰੀ ਗੈਰ ਹਾਜ਼ਰੀ ਆ ਜਾਂ ਕੁਛ ਵੀ ਆ ਉਸ ਤੋਂ ਬਾਅਦ ਘਰ ਦੇ ਕੰਮ ਰੁਕਣ ਨਾ। ਕਈ ਵਾਰੀ ਮੈਨੂੰ ਆਪਾਂ ਇਹ ਵੀ ਚੀਜ਼ਾਂ ਦੇਖਦੇ ਹਾਂ ਵੀ ਜੇ ਅਗਰ ਮੇਲ ਪਰਸਨ ਨੇ ਘਰੋਂ ਬਾਹਰ ਵੀ ਜਾਣਾ ਹੁੰਦਾ ਤਾਂ ਉਹ ਜੇ 10 ਦਿਨਾਂ ਲਈ ਵੀ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਉਹ ਸਮਾਨ ਘਰੇ ਜਮ੍ਹਾਂ ਕਰਕੇ ਜਾਂਦਾ ਆ ਹਨਾ। ਤਾਂ ਉਹ ਵੀ ਚੀਜ਼ਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਥੋੜ੍ਹੀਆਂ ਹੋਣੀਆਂ ਚਾਹੀਦੀਆਂ ਨੇ ਵੀ ਕੋਈ ਗੱਲ ਨਹੀਂ, ਜੇ ਜਾ ਰਿਹਾ ਤਾਂ ਠੀਕ ਆ, ਬਾਅਦ 'ਚੋਂ ਕਿਸੇ ਚੀਜ਼ ਦੀ ਜ਼ਰੂਰਤ ਪਈ ਤਾਂ ਅਸੀਂ ਆਪ ਜਾ ਕੇ ਉਸ ਚੀਜ਼ ਨੂੰ ਲਿਆ ਸਕੀਏ ਹਨਾ। ਜਿਵੇਂ ਛੋਟੀਆਂ ਛੋਟੀਆਂ ਹੁਣ ਨੈੱਟ ਬੈਂਕਿੰਗ ਆ ਹਨਾ, ਆਪਣੇ ਇਹਦੇ ਵਿੱਚ ਮੈਂ ਵੀ ਕਹਿੰਦੀ ਮੈਂ ਹਾਲੇ ਤੱਕ ਨਹੀਂ ਸ਼ੁਰੂ ਕੀਤੀ, ਜਦ ਕਿ ਮੇਰੀ ਜ਼ਰੂਰਤ ਆ। ਮੈਂ ਪਹਿਲਾਂ ਹਸਬੈਂਡ ਨੂੰ ਟਰਾਂਸਫਰ ਕਰੂੰਗੀ, ਉਹ ਫਿਰ ਗਾਂਹ ਟਰਾਂਸਫਰ ਕਰਨਗੇ ਹਨਾ। ਨੈੱਟ ਬੈਂਕਿੰਗ ਨਹੀਂ ਆਪਾਂ ਯੂਜ਼ ਕਰਦੇ। ਆਪਾਂ ਬੈਂਕਾਂ 'ਚੋਂ ਇੱਕ ਵਾਰੀ ਮੈਨੂੰ ਯਾਦ ਆ ਕਿ ਅਸੀਂ ਪੈਸੇ ਕਢਾ ਕੇ ਕੁਛ ਕਰਨਾ ਸੀਗਾ, ਮੈਂ ਕਦੇ ਬੈਂਕ 'ਚੋਂ ਪੈਸੇ ਕਢਾਏ ਨਹੀਂ ਸੀਗੇ ਹਨਾ, ਕਿਉਂਕਿ ਆਪਾਂ ਹੁਣ ਔਨਲਾਈਨ ਹੀ ਸਾਰਾ ਕੁਝ ਕਰਦੇ। ਤੇ ਉਹ ਮੈਨੂੰ ਆਏ ਸੀਗਾ ਵੀ ਮੈਨੂੰ ਕਿਵੇਂ ਪਤਾ ਲੱਗੂਗਾ, ਮੈਂ ਕਿਵੇਂ ਕਰੂੰ, ਮੈਂ ਕਦੇ ਨਹੀਂ ਕਰਾਇਆ ਹੈਗਾ ਹਨਾ। ਤੇ ਉਹ ਕਹਿੰਦੇ ਤੂੰ ਜਾਏਂਗੀ, ਤੂੰ ਕਰਾਏਂਗੀ ਤੇ ਤੈਨੂੰ ਪਤਾ ਲੱਗੂਗਾ ਹੀ ਹਨਾ। ਉਸ ਦਿਨ ਮੈਨੂੰ ਲੱਗਿਆ ਵੀ ਇਹ ਕੋਈ ਬਹੁਤ ਵੱਡੀ ਗੱਲ ਵੀ ਨਹੀਂ ਹੈਗੀ। ਕਈ ਵਾਰੀ ਅਸੀਂ ਨਾ ਇੰਨੇ ਕੁ ਕੰਮ ਲਈ ਨਾਲੇ ਤਾਂ ਕਈ ਦਿਨ ਕੱਢ ਲੈਂਦੇ ਹਾਂ, ਤੇ ਨਾਲੇ ਆਪਾਂ ਦੂਜੇ ਬੰਦੇ ਦਾ ਕਿੰਨਾ ਜ਼ਿਆਦਾ ਟਾਈਮ ਖਰਾਬ ਕਰ ਦਿੰਦੇ ਹਾਂ ਹਨਾ। ਹੁਣ ਮੰਨ ਲਓ ਕਿਤੇ ਕੋਈ ਐਮਰਜੈਂਸੀ ਆ ਹਨਾ, ਆਪਾਂ ਇਹ ਨਹੀਂ ਕਹਿੰਦੇ ਹੈਗੇ ਕਿ ਹਾਂ ਸਾਰੇ ਕੰਮ ਤੁਸੀਂ ਆਪਣੇ ਆਪ ਹੀ ਕਰਨੇ ਹੁੰਦੇ ਨੇ ਜਾਂ ਦੂਜਾ ਤੁਹਾਡੇ ਨਾਲ ਜਾਊਗਾ ਨਹੀਂ। ਪਰ ਕਈ ਵਾਰੀ ਕੋਈ ਐਮਰਜੈਂਸੀ ਇੱਦਾਂ ਦੀ ਬਣ ਜਾਵੇ, ਮੰਨ ਲਓ ਕਿ ਤੁਹਾਡੇ ਕੋਲੇ ਘਰੇ ਜਾਂ ਤੁਹਾਡੇ ਆਸ-ਪਾਸ ਕੋਈ ਪਰਸਨ ਹੀ ਅਵੇਲੇਬਲ ਨਾ ਹੋਵੇ ਹਨਾ, ਫਿਰ ਤੁਸੀਂ ਕੀ ਕਰੋਗੇ? ਫਿਰ ਤੁਸੀਂ ਉੱਥੇ ਬੈਠ ਕੇ ਇਹ ਕਹੋਗੇ ਵੀ ਮੈਂ ਤਾਂ ਅੱਜ ਤੱਕ ਜ਼ਿੰਦਗੀ 'ਚ ਇਕੱਲੀ ਬੈਂਕ ਨਹੀਂ ਵੜੀ, ਮੈਂ ਇਕੱਲੀ ਕਿਤੇ ਬਿੱਲ ਭਰਨ ਨਹੀਂ ਗਈ ਹੈਗੀ, ਮੈਂ ਇਕੱਲੀ ਕਿਤੋਂ ਪੈਸੇ ਕਢਾਉਣ ਨਹੀਂ ਗਈ, ਜਮ੍ਹਾਂ ਕਰਾਉਣ ਨਹੀਂ ਗਈ ਹਨਾ। ਚਾਹੇ ਤੁਹਾਨੂੰ ਲੋੜ ਪਵੇ ਚਾਹੇ ਨਾ ਪਵੇ, ਮੈਨੂੰ ਲੱਗਦਾ ਕਿ ਕੁਛ ਚੀਜ਼ਾਂ ਜਿਹੜੀਆਂ ਆਪਾਂ ਹਮੇਸ਼ਾ ਗੱਲ ਕਰਦੇ ਰਹਿੰਦੇ, ਇਕੁਐਲਿਟੀ, ਰਾਈਟਸ, ਇਹ ਉਹ, ਕੁਛ ਚੀਜ਼ਾਂ ਜਿਹੜੀਆਂ ਅਸੀਂ ਆਪ ਸਿੱਖਣੀਆਂ, ਆਪ ਕਰਨੀਆਂ, ਪਹਿਲਾਂ ਘੱਟੋ ਘੱਟ ਅਸੀਂ ਉਹ ਤਾਂ ਕਰ ਲਈਏ ਹੈ ਨਾ। ਦੇਖੋ ਗੁਰਦੀਪ, ਆਪਾਂ ਜਦੋਂ ਆਪਾਂ ਕਹਿੰਦੇ ਹਾਂ ਕਿ ਮੈਨੂੰ ਕੁਕਿੰਗ ਆਉਂਦੀ ਆ, ਹਰ ਕੁੜੀ ਨੂੰ ਕੁਕਿੰਗ ਆਉਂਦੀ ਹੁੰਦੀ ਆ ਹਨਾ। ਘਰ 'ਚ ਕੀ ਬਣਨਾ ਬਣਾਉਣਾ ਉਹ ਸਭ ਪਤਾ ਹੁੰਦਾ। ਕਿ ਉਹ ਤੁਹਾਨੂੰ ਪਹਿਲੇ ਦਿਨ ਤੋਂ ਆਉਂਦੀ ਸੀ? ਤੁਸੀਂ ਸਹੀ ਆ, ਹਾਂ ਬੜੇ, ਹਾਂ ਤੁਸੀਂ ਕੋਈ ਚਮਚਾ ਕੜਛੀ ਚੁੱਕੀ ਜਾਂ ਤੁਸੀਂ ਕੋਈ ਸਬਜ਼ੀ ਕੱਟੀ, ਤੁਹਾਨੂੰ ਉਸ ਤੋਂ ਬਾਅਦ ਹੀ ਉਸ ਚੀਜ਼ ਦਾ ਹੁਨਰ ਆਇਆ। ਤੇ ਅਸੀਂ ਇਹ ਸਾਰਾ ਕੁਝ ਕਰ ਲੈਂਦੇ ਹਾਂ ਕਿਉਂਕਿ ਸਾਨੂੰ ਨਾ ਘਰ ਦੀ ਚਾਰ ਦੀਵਾਰੀ ਉਹ ਸਕੂਨ ਵਾਲੀ ਲੱਗਦੀ। ਅਸੀਂ ਬਾਹਰ ਜਾ ਕੇ ਕੋਈ ਚੀਜ਼ ਨਹੀਂ ਸਿੱਖਣਾ ਚਾਹੁੰਦੇ। ਬਿਲਕੁਲ। ਜਿਵੇਂ ਤੁਸੀਂ ਕਿਹਾ ਕਿ ਬੈਂਕ ਜਾਣ ਤੋਂ ਅਸੀਂ ਘਬਰਾਉਂਦੇ ਆ, ਅਸੀਂ ਬੈਂਕ ਜਾਵਾਂਗੇ ਉੱਥੇ ਸਾਰੇ ਗੁੰਗੇ ਤਾਂ ਨਹੀਂ ਬੈਠੇ, ਕੋਈ ਚੀਜ਼ ਨਹੀਂ ਪਤਾ ਚੱਲਦੀ ਤੁਹਾਨੂੰ ਕੋਈ ਬੰਦਾ ਦੱਸ। ਨਾਲੇ ਕੱਲੀ ਕੱਲੀ ਚੀਜ਼ ਉੱਥੇ ਲਿਖੀ ਹੁੰਦੀ ਹੈ ਵੀ ਇਹ ਨਗਦ ਵਾਲਾ ਕਾਊਂਟਰ ਆ, ਇਹ ਜਮ੍ਹਾਂ ਕਰਾਉਣ ਵਾਲਾ, ਕਢਾਉਣ ਵਾਲਾ। ਤੇ ਸਾਨੂੰ ਮੈਨੂੰ ਲੱਗਦਾ ਇੰਨੇ ਕੁ ਅਸੀਂ ਪੜ੍ਹੇ ਲਿਖੇ ਹੈਗੇ ਆ ਸਾਰੇ ਕਿ ਫਾਰਮ ਕੀ ਰਿਕੁਆਇਰਡ ਕਰਦਾ ਤੁਹਾਨੂੰ ਉਹ ਵੀ ਚੀਜ਼ ਪਤਾ। ਬਿਲਕੁਲ, ਹਾਂ। ਬਹੁਤ ਜ਼ਿਆਦਾ ਕੁੜੀਆਂ ਤਾਂ ਮਤਲਬ ਜਿਵੇਂ ਆਪਣੇ ਜਿਹੜੇ ਮੰਮੀ ਹੋਣਾ ਤੋਂ ਵੀ ਅਗਲੇ ਅਸੀਂ ਆ ਹਨਾ, ਅੱਜ ਤੱਕ ਘਰ ਦਾ ਬੂਹਾ ਨਹੀਂ ਖੋਲਦੀਆਂ। 7 ਵਜੇ ਤੋਂ ਬਾਅਦ ਉਹਨਾਂ ਨੂੰ ਲੱਗਣ ਲੱਗ ਜਾਂਦਾ ਕਿ ਘਰ ਦਾ ਬੂਹਾ ਬੰਦਾ ਹੀ ਖੋਲੂਗਾ। ਜੇ ਪੁੱਛੋ ਤਾਂ ਬਾਹਰ ਜੇ ਕੋਈ ਬੰਦਾ ਹੋਇਆ ਫਿਰ ਸਗੋਂ
ਸਾਰਾ ਦਿਨ ਆਪਾਂ ਕਹਿੰਦੇ ਹੁੰਦੇ ਨਾ ਕਿ ਉਹ ਹਸਬੈਂਡ ਵਾਈਫ ਜਿਹੜੇ ਇੱਕ ਜਗ੍ਹਾ ਕੰਮ ਕਰਦੇ ਉਹਨਾਂ ਦੀਆਂ ਜ਼ਿਆਦਾ ਲੜਾਈਆਂ ਹੁੰਦੀਆਂ ਨੇ। ਮੈਨੂੰ ਲੱਗਦਾ ਜਿਹੜੇ 24 ਘੰਟੇ ਇੱਕ ਦੂਜੇ ਦੇ ਨਾਲ ਬੰਨੇ ਰਹਿੰਦੇ ਨੇ ਉਹਨਾਂ ਦੀਆਂ ਵੀ ਬਹੁਤ ਜ਼ਿਆਦਾ ਲੜਾਈਆਂ ਹੁੰਦੀਆਂ ਨੇ ਨਾ। ਤੁਸੀਂ ਥੋੜੀਆਂ ਜਿਹੀ ਜ਼ਿੰਮੇਵਾਰੀਆਂ ਤੁਸੀਂ ਕਰ ਲਓ, ਮੰਨ ਲਓ ਕਿ ਘਰ ਦਾ ਸੌਦਾ ਲਿਆਉਣ ਵਾਲਾ ਉਹ ਜਾ ਕੇ ਮੈਂ ਲੈ ਆਵਾਂ, ਹੈ ਨਾ। ਬੰਦੇ ਨੂੰ ਕਿੰਨਾ ਸਕੂਨ ਆ ਉਹ ਸੱਦੇ ਕੰਮ 'ਚ। ਨਿਆਣਿਆਂ ਦੀ ਕੋਈ ਛੋਟੀ ਛੋਟੀ ਜ਼ਿੰਮੇਵਾਰੀ ਆ, ਕੁਛ ਬਾਜ਼ਾਰੋਂ ਖਰੀਦਣਾ ਉਹ ਜਾ ਕੇ ਮੈਂ ਖਰੀਦ ਲਿਆਵਾਂ। ਬੰਦੇ ਨੂੰ ਤੁਸੀਂ ਵੱਡੇ ਕੰਮ ਦੇ ਦਿਓ ਜਿਹੜੇ ਉਹਦੇ ਕਰਨ ਵਾਲੇ ਨੇ, ਹੈ ਨਾ। ਤੁਸੀਂ ਦੇਖੋ ਕਿ ਤੁਸੀਂ ਬੰਦੇ ਨੂੰ ਸੌਦਾ ਲੈਣ ਭੇਜ ਦਿਓ, ਜਿਵੇਂ ਆਪਾਂ ਗੱਲ ਕਰਦੇ ਸੀ, ਉਹ ਤੁਹਾਨੂੰ 10 ਕਾਲ ਕਰੂਗਾ ਕੀ ਚਾਹੀਦਾ ਸੀ, ਕਿਹੜੇ ਰੰਗ ਦਾ ਚਾਹੀਦਾ ਸੀਗਾ, ਫਿਰ ਅੱਛਾ ਕਿੰਨੀ ਕੁਆਂਟੀਟੀ ਚਾਹੀਦੀ ਸੀ, ਜਦ ਕਿ ਤੁਹਾਨੂੰ ਸਭ ਕੁਝ ਪਤਾ ਹੁੰਦਾ ਕਿ ਮੈਨੂੰ ਕੀ ਚਾਹੀਦਾ, ਕਿੰਨਾ ਚਾਹੀਦਾ, ਹੈ ਨਾ। ਪਰ ਫਿਰ ਵੀ ਨਾ ਕਈ ਕੁੜੀਆਂ ਨੂੰ ਇਹ ਵੀ ਹੋ ਜਾਂਦਾ ਹੈ ਕਿ ਮੈਂ ਜੇ ਘਰ ਵਾਲੇ ਦੇ ਨਾਲ ਹੀ ਜਾਊਂਗੀ ਪਤਾ ਨਹੀਂ ਉਹੀ ਵਧੀਆ ਲੱਗਦਾ, ਜਾਂ ਐਦਾਂ ਅਸੀਂ ਜ਼ਿਆਦਾ ਟਾਈਮ ਸਪੈਂਡ ਕਰਾਂਗੇ। ਅਸਲ 'ਚ ਨਾ 90% ਘਰ ਵਾਲਿਆਂ ਨੂੰ ਇਹ ਵਧੀਆ ਲੱਗਦਾ ਵੀ ਕੋਈ ਟਾਈਮ ਤੇ ਚੱਲੀ ਜਾ ਕੱਲੀ ਜਾਓ ਨਾ। ਛੋਟੇ ਛੋਟੇ ਫੈਸਲੇ ਨਹੀਂ ਅਸੀਂ ਲੈਣਾ ਜਾਣਦੇ ਕਦੀ, ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਪਿੱਛੇ ਸਲਾਹਾਂ ਕਰਦੇ ਹਾਂ। ਮੰਨ ਲਓ ਘਰੇ ਕੋਈ ਆ ਗਿਆ, ਮਤਲਬ ਇਹ ਤਾਂ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਹੈ ਕਿ ਤੁਸੀਂ ਕਿਸੇ ਨੂੰ ਪੁੱਛ ਕੇ ਚੀਜ਼ਾਂ ਕਰਦੇ ਹੋ ਨਾ ਕਿ ਇਹਨੂੰ ਕੀ ਦੇਣਾ ਕੀ ਲੈਣਾ। ਅਜੇ ਤੱਕ ਅਸੀਂ ਉਸ ਚੀਜ਼ 'ਚ ਮਤਲਬ ਫੈਸਲਾ ਨਹੀਂ ਲੈ ਸਕਦੇ ਕਿ ਕੋਈ ਆਇਆ ਉਹਨੂੰ ਕੀ ਦੇਣਾ, ਜਾਂ ਤੁਸੀਂ ਕੋਈ ਤੁਹਾਨੂੰ ਫੰਕਸ਼ਨ ਆ ਗਿਆ ਤੁਸੀਂ ਵਿਆਹ ਤੇ ਮੇਰੇ ਨਾਲ ਨਹੀਂ ਜਾ ਸਕਦੇ ਤਾਂ ਮੈਂ ਇਕੱਲੀ ਵੀ ਜਾ ਆਊਂ। ਸਾਡੇ 'ਚ ਹਾਲੇ ਤੱਕ ਇਹ ਕੌਨਫੀਡੈਂਸ ਨਹੀਂ ਆਏ, ਦੇਖ ਲਓ। ਹਾਂ, ਹੁਣ ਜਿਵੇਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਹੁੰਦਾ ਆ, ਹੈ ਨਾ, ਬਹੁਤ ਸਾਰੀਆਂ ਕੁੜੀਆਂ ਨੇ, ਜਿਵੇਂ ਹੁਣ ਜਸਪ੍ਰੀਤ ਉਹਨਾਂ ਨੂੰ ਆਪਾਂ ਇੰਟਰਵਿਊ ਕੀਤਾ ਸੀਗਾ, ਗੱਲ ਤੇ ਗੱਲ 'ਚ ਆਈ ਸੀਗੀ ਉਹ, ਤਾਂ ਉਹ ਕਹਿੰਦੇ ਸੀ ਕਿ ਮੈਂ ਆਪਣਾ ਪੂਰਾ ਵਿਆਹ ਆਪ ਅਰੇਂਜ ਕੀਤਾ ਸੀ ਨਾ। ਮੈਂ ਕਹਿੰਦੀ ਹਾਂ ਵੀ ਠੀਕ ਆ, ਲਾਉਣਾ ਪਾਉਣਾ ਸੂਟ, ਇਹ ਇੱਕ ਤੁਸੀਂ ਕਹਿ ਲਓ ਕਿ ਜਿਵੇਂ ਇੱਕ ਜੈਂਡਰ ਦੇ ਨਾਲ ਨਾਲ ਚੀਜ਼ਾਂ ਤੁਰਦੀਆਂ ਨੇ, ਹੈ ਨਾ। ਵੀ ਜਿਵੇਂ ਮੁੰਡਿਆਂ ਨੂੰ ਜਿਹੜਾ ਮਕੈਨੀਕਲ ਜਾਂ ਇਲੈਕਟ੍ਰੋਨਿਕ ਚੀਜ਼ਾਂ ਦਾ ਜ਼ਿਆਦਾ ਸ਼ੌਂਕ ਹੁੰਦਾ, ਹੈ ਨਾ, ਕੁੜੀਆਂ ਨੂੰ ਸ਼ੌਂਕ ਇਹ ਹੁੰਦੇ ਨੇਗੇ। ਪਰ ਉਹਦੇ ਨਾਲ ਨਾਲ ਮੈਂ ਕਹਿੰਦੀ ਥੋੜ੍ਹਾ ਜਿਹਾ ਤਾਂ ਐਕਸਪਲੋਰ ਕਰੋ ਹੋਰ ਆਪਣੇ ਆਪ ਨੂੰ, ਹੈ ਨਾ। ਜਿਵੇਂ ਮੰਨ ਲਓ ਹੁਣ ਘਰ 'ਚ ਕੋਈ ਵੀ ਫੰਕਸ਼ਨ ਆ, ਹਮੇਸ਼ਾ ਮਤਲਬ ਘਰ ਦੇ ਜਿਹੜੇ ਬੰਦੇ ਨੇ ਉਹੀ ਕਰਦੇ ਨੇਗੇ, ਹੈ ਨਾ। ਕਦੇ ਆਪਾਂ ਇਹ ਨਹੀਂ ਕਰਦੇ ਕਿ ਇਹ ਘਰ ਦਾ ਫੰਕਸ਼ਨ ਆ ਜਾਂ ਉੱਥੇ ਅਸੀਂ ਵਿੱਚ ਬਹਿ ਕੇ ਕੋਈ ਸਲਾਹ ਦਈਏ, ਜਾਂ ਘਰ ਦਾ ਕੋਈ ਫੰਕਸ਼ਨ ਆ ਉਹ ਮੈਂ ਔਰਗੇਨਾਈਜ਼ ਕਰ ਲਾਂ, ਹੈ ਨਾ, ਜਾਂ ਇਹ ਚੀਜ਼ਾਂ ਮੈਂ ਐਕਟੀ ਆਪਣੇ ਹਿਸਾਬ ਨਾਲ ਕਰਕੇ ਦੇਖਾਂ। ਸਾਡੀ ਆਪਾਂ ਨੂੰ ਹੁੰਦੇ ਮੈਂ ਕਿਹੜੇ ਟੈਂਟ ਵਾਲੇ ਕੋਲੇ ਜਾਊਂ, ਕਿਹੜੇ ਕੇਟਰਿੰਗ ਵਾਲੇ ਕੋਲੇ ਜਾਊਂ, ਕਿਹੜੇ ਡੈਕੋਰੇਸ਼ਨ ਵਾਲੇ ਕੋਲੇ ਜਾਊਂ। ਮੈਨੂੰ ਲੱਗਦਾ ਜਿਸ ਜਗ੍ਹਾ 'ਤੇ ਤੁਸੀਂ ਰਹਿ ਰਹੇ ਹੋ ਨਾ, ਭਾਵੇਂ ਉਹ ਪਿੰਡ ਆ ਭਾਵੇਂ ਉਹ ਸ਼ਹਿਰ ਆ, ਤੁਹਾਨੂੰ ਤੁਹਾਡੀਆਂ ਬੇਸਿਕ ਚੀਜ਼ਾਂ ਦੀ ਆਲੇ ਦੁਆਲੇ ਦੀ ਸਾਰੀ ਨੌਲੇਜ ਹੋਣੀ ਚਾਹੀਦੀ ਆ, ਹੈ ਨਾ। ਹੁਣ ਜਿਵੇਂ ਆਪਾਂ ਕਹਿੰਦੇ ਹਾਂ ਕਿ ਅੱਜ ਤੱਕ ਵੀ ਮੈਕਸਿਮਮ, ਹੁਣ ਤੱਕ ਵੀ ਮੈਕਸਿਮਮ ਆਪਾਂ ਵੋਟ ਉਹਨੂੰ ਪਾਉਂਦੇ ਆ ਜਿੱਥੇ ਆਪਣੇ ਘਰ ਦੇ ਪਾਉਂਦੇ ਨੇ, ਘਰ ਦੇ ਕਹਿੰਦੇ ਨੇ ਬਿਲਕੁਲ ਪੋਲੀਟੀਕਲੀ ਸਾਨੂੰ ਸਮਝ ਨਹੀਂ। ਈਵਨ ਸਾਨੂੰ ਆਪਣੇ ਵੋਟਿੰਗ ਰਾਈਟ ਦਾ ਵੀ ਨਹੀਂ ਪਤਾ। ਮੈਂ ਕਹਿੰਦੀ ਇਹ ਨਹੀਂ ਕਿ ਆਪਾਂ ਹੁਣ ਪੜ੍ਹ ਲਏ ਕਿ ਆਪਾਂ ਇੱਥੇ ਬੈਠ ਕੇ ਗੱਲ ਕਰ ਰਹੇ ਹਾਂ, ਹੈ ਨਾ। ਅੱਜ ਤੋਂ 10 ਸਾਲ ਪਹਿਲਾਂ ਦੀ ਜੇ ਆਪਾਂ ਆਪਣੀ ਵੀ ਗੱਲ ਕਰ ਲਈਏ, 10-15 ਸਾਲ ਪਹਿਲਾਂ ਦੀ ਵੀ, ਸਾਨੂੰ ਵੀ ਇੰਨਾ ਇੰਟਰਸਟ ਨਹੀਂ ਸੀ ਪੋਲੀਟਿਕਸ 'ਚ। ਮੈਂ ਜਰਨਲਿਜ਼ਮ ਪੜ੍ਹਦੀ ਹੁੰਦੀ ਸੀ ਤਾਂ ਮੈਂ ਬੜੇ ਮਾਣ ਨਾਲ ਘਰੇ ਜਾਣਾ ਵੀ ਜਾ ਕੇ ਇਹਨਾਂ ਨੂੰ ਆਹ ਦੱਸੂਗੀ। ਮੇਰੇ ਭਰਾ ਨੂੰ ਮੇਰੇ ਨਾਲੋਂ ਜ਼ਿਆਦਾ ਨੌਲੇਜ ਸੀਗੀ ਪੋਲੀਟਿਕਸ ਦੀ, ਹੈ ਨਾ, ਕਿਉਂਕਿ ਉਹਨਾਂ ਚੀਜ਼ਾਂ 'ਚ ਇੰਟਰਸਟ ਲੈਂਦੇ ਸੀਗੇ। ਆਪਾਂ ਔਰਤਾਂ ਪੋਲੀਟਿਕਸ 'ਚ ਇੰਟਰਸਟ ਨਹੀਂ ਲੈਂਦੀਆਂ, ਅਸੀਂ ਬਿਜ਼ਨਸ 'ਚ ਇੰਟਰਸਟ ਨਹੀਂ ਲੈਂਦੀਆਂ। ਆਪਣੇ ਘਰਾਂ 'ਚ ਜੇ ਕਿਤੇ ਪ੍ਰੋਪਰਟੀ 'ਚ ਇਨਵੈਸਟ ਹੁੰਦਾ ਜਾਂ ਪ੍ਰੋਪਰਟੀ ਬਣਾਉਣ ਦੀ ਗੱਲ ਹੁੰਦੀ ਹੈ ਨਾ, ਤਾਂ ਉਹ ਬੰਦੇ ਕਰਦੇ ਨੇਗੇ। ਜਿਵੇਂ ਆਪਾਂ ਜਸਵਿੰਦਰ ਬਰਾੜ ਮੈਮ ਉਹਨਾਂ ਨੇ ਇੰਟਰਵਿਊ ਕੀਤਾ ਸੀ ਤਾਂ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਆਪਦੀ ਕਮਾਈ ਤੋਂ ਕਿੰਨੀ ਪ੍ਰੋਪਰਟੀ ਬਣਾਈ ਆ ਨਾ। ਮੈਂ ਕਹਿੰਦੀ ਇਹ ਵੀ ਕਿਸੇ ਹੀ ਔਰਤ ਦੀ ਸੋਚ ਹੁੰਦੀ ਆ। ਨਹੀਂ ਤਾਂ ਆਪਾਂ ਨੂੰ ਇਹ ਹੁੰਦਾ ਕਿ ਮੈਂ ਕਮਾ ਰਹੀ ਹਾਂ ਤਾਂ ਮੈਂ ਆਪਦੇ ਤੇ ਹੀ ਲਾਉਣੀ ਆ। ਆਪਾਂ ਕੱਪੜੇ ਪਾ ਲਏ, ਬੈਗ ਲੈ ਲਏ, ਘੁੰਮਣ ਚਲੇ ਗਏ, ਖਾ ਪੀ ਲਿਆ, ਇਹ ਵੀ ਚਲੋ ਨਾਲ ਨਾਲ ਚੱਲਦੀਆਂ ਨੇ ਚੀਜ਼ਾਂ। ਪਰ ਮੈਂ ਕਹਿੰਦੀ ਆਪਾਂ ਬਹੁਤ ਘੱਟ ਕੁੜੀਆਂ ਨੇਗੀਆਂ ਜਿਹੜੀਆਂ ਇਹ ਸੋਚਦੀਆਂ ਹੋਣਗੀਆਂ ਵੀ ਮੇਰੇ ਕੋਲੇ ਹੁਣ 5-10 ਲੱਖ ਰੁਪਈਆ ਹੋ ਗਿਆ ਤੇ ਮੈਂ ਹੁਣ ਇਹਨੂੰ ਕਿਤੇ ਪ੍ਰੋਪਰਟੀ 'ਚ ਇਨਵੈਸਟ ਕਰਾਂ। ਬਿਲਕੁਲ, ਇਹ ਇੰਟਰਸਟ ਆਪਣੇ ਬਹੁਤ ਘੱਟ ਨੇਗੇ। ਤੇ ਇਹਦਾ ਰੀਜ਼ਨ ਇਹੀ ਆ ਵੀ ਬਹੁਤ ਸਾਰੀਆਂ ਚੀਜ਼ਾਂ 'ਚ ਸਾਨੂੰ ਅਵੇਅਰਨੈਸ ਨਹੀਂ ਹੈਗੀ, ਬਹੁਤ ਸਾਰੇ ਸਾਡੇ ਰਾਈਟਸ ਬਾਰੇ ਸਾਨੂੰ ਪਤਾ ਨਹੀਂ ਹੈਗਾ। ਅਸੀਂ ਉਹੀ ਸਟੀਰੀਓਟਾਈਪ ਟਿਪੀਕਲ ਦੀਆਂ ਚੀਜ਼ਾਂ 'ਚੋਂ ਬਾਹਰ ਨਿਕਲ ਕੇ ਹੀ ਨਹੀਂ ਆ ਰਹੇ ਹੈਗੇ। ਪਰ ਉੱਦਾਂ ਸਾਨੂੰ ਚਾਹੀਦਾ ਸਾਰਾ ਕੁਛ ਆ। ਸਾਨੂੰ ਇਕੁਐਲਿਟੀ ਵੀ ਚਾਹੀਦੀ ਆ, ਸਾਨੂੰ ਸਾਰੇ ਹੱਕ ਵੀ ਚਾਹੀਦੇ ਨੇਗੇ, ਸਾਨੂੰ ਆਪਾਂ ਕਹਿੰਦੇ ਕਿ ਸਾਨੂੰ ਬਰਾਬਰ ਦਾ ਦਰਜਾ ਵੀ ਚਾਹੀਦਾ ਆ, ਸਾਨੂੰ ਕਮਾਉਣ ਦਾ ਵੀ ਹੱਕ ਚਾਹੀਦਾ ਆ। ਪਰ ਉਹ ਕਮਾਈ ਅਸੀਂ ਕਿੱਥੇ ਲਾਉਣੀ ਹੈ, ਕਿਵੇਂ ਵਰਤਣੀ ਆ, ਉਹਨਾਂ ਚੀਜ਼ਾਂ ਨੂੰ ਆਪਾਂ ਹਲੇ ਵੀ ਡਿਸਾਈਡ ਨਹੀਂ ਕਰ ਪਾਏ, ਹੈ ਨਾ। ਹੁਣ ਦੇਖੋ ਗੁਰਦੀਪ, ਆਪਾਂ ਡੇਲੀ ਟਰੈਵਲ ਕਰਦੇ ਹਾਂ, ਹੈ ਨਾ। ਬਹੁਤ ਜ਼ਿਆਦਾ ਕੁੜੀਆਂ ਨੂੰ ਹਲੇ ਤੱਕ ਇਹ ਨਹੀਂ ਪਤਾ ਕਿ ਵਿਮਨ ਹੈਲਪਲਾਈਨ ਨੰਬਰ ਕੀ ਹੈ, ਹੈ ਨਾ। ਤੁਹਾਨੂੰ ਕੋਈ ਐਮਰਜੈਂਸੀ ਹੋ ਜਾਵੇ, ਤੁਹਾਨੂੰ ਐਂਬੂਲੈਂਸ ਹੈਲਪਲਾਈਨ ਨੰਬਰ ਨਹੀਂ ਪਤਾ ਹੈਗੇ, ਹੈ ਨਾ। ਨਿਊਜ਼ਪੇਪਰ 'ਚ ਕੋਈ ਖਬਰ ਆਉਂਦੀ ਆ, ਤੁਸੀਂ ਉਹਨੂੰ ਦੇਖਣ ਦੀ ਬਜਾਏ ਅਸੀਂ ਫੋਨ 'ਤੇ ਜਿਹੜੇ ਆ ਰੋਜ਼ ਘਰੇਲੂ ਕਲੇਸ਼ਾਂ ਦੀਆਂ ਚੀਜ਼ਾਂ ਨੇ ਉਹ ਅਸੀਂ ਜ਼ਿਆਦਾ ਦੇਖਦੇ ਹਾਂ। ਤੁਹਾਡੀ ਫੋਨ ਜਦੋਂ ਤੁਸੀਂ ਫੋਨ ਖੋਲ੍ਹਦੇ ਹੋ ਤੁਹਾਡੀ ਉੱਤੇ ਹਿਸਟਰੀ ਆਉਂਦੀ ਹੈ ਨਾ। ਸੱਚੇ ਸਾਡੇ ਫੋਨਾਂ 'ਚ ਇਹੀ ਹੁੰਦਾ।
ਜਿਵੇਂ ਮੈਂ ਨਾ ਜਦੋਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਸੀ ਤਾਂ ਕਈ ਚੀਜ਼ਾਂ ਜਦੋਂ ਆਪਾਂ ਕਹਿੰਦੇ ਹੁੰਦੇ ਕਿ ਜੇ ਅੱਜ ਤੁਹਾਨੂੰ 10ਵੀਂ ਪਾਸ ਕਰਨੀ ਪੈ ਜਾਵੇ ਤਾਂ ਅਸੀਂ ਕਰ ਨਹੀਂ ਸਕਦੇ, ਕਿਉਂਕਿ ਹਮੇਸ਼ਾ ਸਿਲੇਬਸ ਬਹੁਤ ਬਦਲ ਜਾਂਦਾ ਹੈ ਨਾ। ਤਾਂ ਨਿਆਣਿਆਂ ਨੇ ਮੈਨੂੰ ਕੋਈ ਚੀਜ਼ ਪੁੱਛਣੀ, ਮੈਂ ਕਦੀ ਨਹੀਂ ਸੀ ਕਿਹਾ ਕਿ ਮੈਨੂੰ ਨਹੀਂ ਪਤਾ ਹੈ ਨਾ। ਮੈਂ ਉਹਨੂੰ ਜਦੋਂ ਗੂਗਲ ਸਰਚ ਕਰਦੀ ਸੀ ਤੇ ਫਿਰ ਮੈਂ ਉਹਨਾਂ ਨੂੰ ਆਪਣੇ ਢੰਗ ਨਾਲ ਜਿੰਨੀ ਕੁ ਮੈਨੂੰ ਆਉਂਦੀ ਸੀ ਮੈਂ ਸਮਝਾ ਦਿੰਦੀ ਸੀ ਹੈ ਨਾ। ਹੁਣ ਨਿਆਣੇ ਵੱਡੇ ਹੋ ਗਏ, ਉਹ ਆਪਣੇ ਆਪ ਚੀਜ਼ ਕਰ ਲੈਂਦੇ ਨੇ। ਕਿੰਨੇ ਸਾਧਨ ਨੇ ਤੁਹਾਨੂੰ ਜਿਹੜੇ ਤੁਹਾਨੂੰ ਨਵੇਂ ਤੋਂ ਨਵੇਂ ਟਾਈਮ ਨਾਲ ਜੋੜ ਦਿੰਦੇ ਨੇ, ਪਰ ਅਸੀਂ ਉਹਨਾਂ ਨੂੰ ਉਸ ਢੰਗ ਨਾਲ ਵਰਤਦੇ ਨਹੀਂ ਹੈ ਨਾ। ਸਾਡੇ ਹੱਥ 'ਚ ਫੋਨ ਆ, ਉਹਦੇ ਤੋਂ ਕੀ ਨਹੀਂ ਪਤਾ ਲੱਗਦਾ, ਪਰ ਅਸੀਂ ਉਹਨੂੰ ਉਸ ਢੰਗ ਨਾਲ ਦੇਖਦੇ ਨਹੀਂ। ਆਪਾਂ ਅੱਜ ਹੀ ਸਵੇਰੇ ਗੱਲ ਕਰਦੇ ਸੀ, ਆਪਾਂ ਹਰਮਨ ਨੂੰ ਹੱਸਦੇ ਸੀ ਵੀ ਜੇ ਤੂੰ ਸਿਰਫ ਚੈਟ ਹੀ ਕਰਨੀ ਹੈ ਵੀ ਫਿਰ ਤਾਂ ਤੇਰਾ ਪਹਿਲਾਂ ਵਾਲਾ ਫੋਨ ਵੀ ਵਧੀਆ ਸੀ, ਵੀ ਹੁਣ ਤੂੰ ਇਹ ਇੰਨਾ ਮਹਿੰਗਾ ਫੋਨ ਸਿਰਫ ਚੈਟ ਕਰਨ ਲਈ ਥੋੜੀ ਲਿਆ ਵਾ। ਬਿਲਕੁਲ ਆਪਾਂ ਨੂੰ ਦੇਖੋ ਦੇਖੀ ਇਹ ਹੁੰਦਾ ਵੀ ਮੇਰੀ ਫਲਾਣੀ ਦਰਾਣੀ ਜਠਾਣੀ ਨਣਦ ਨੇ ਜਾਂ ਮੇਰੀ ਸਹੇਲੀ ਨੇ ਆਹ ਫੋਨ ਲੈ ਲਿਆ ਤਾਂ ਮੈਨੂੰ ਵੀ ਇਹ ਫੋਨ ਚਾਹੀਦਾ, ਤੇ ਉਹ ਵੀ ਸਾਨੂੰ ਗਿਫਟਡ ਚਾਹੀਦਾ ਹੁੰਦਾ। ਸਹੀ ਗੱਲ। ਆਪਾਂ ਇਹ ਨਹੀਂ ਹੈਗਾ ਕਿ ਮੈਂ ਕਮਾ ਰਹੀ ਹਾਂ ਮੈਂ ਉਹਦੀ ਕਮਾਈ ਚੋਂ ਲੈ ਲਾਂ ਹਨਾ, ਜਾਂ ਮੈਂ ਇਸ ਫੋਨ ਨੂੰ ਅਚੀਵ ਕਰਨ ਲਈ ਖੁਦ ਕੁਛ ਨਾ ਕੁਛ ਅਰਨ ਕਰ ਲਾਂ ਹਨਾ, ਜਾਂ ਆਪਣੀ ਕੋਈ ਸੇਵਿੰਗ ਯੂਜ਼ ਕਰ ਲਾਂ। ਫਿਰ ਆਪਾਂ ਇੰਨਾ ਮਹਿੰਗਾ ਫੋਨ ਲੈ ਕੇ ਵੀ ਉਹਦੇ ਤੇ ਜਾਂ ਫਿਰ ਆਪਾਂ WhatsApp ਚਲਾਉਣਾ ਹੁੰਦਾ ਜਾਂ ਫਿਰ ਆਪਾਂ ਕਾਲਾਂ ਸੁਣਨੀਆਂ ਹੁੰਦੀਆਂ ਨੇ ਹਨਾ। ਆਪਾਂ ਕਦੇ ਫੋਨ ਨੂੰ ਉਸ ਤਰੀਕੇ ਨਾਲ ਵਰਤਦੀ ਨਹੀਂ ਵੀ ਇਹਦੇ ਤੋਂ ਮੈਂ ਆਪਣੀ ਨੌਲੇਜ ਵੀ ਇਨਹਾਂਸ ਕਰ ਸਕਦੀ ਹਾਂ ਹਨਾ। ਇੱਕ ਚੀਜ਼ ਹੋਰ ਗੁਰਦੀਪ, ਅਸੀਂ ਨਾ ਆਪਦੇ ਆਪ ਨੂੰ ਅਹਿਮੀਅਤ ਨਹੀਂ ਦਿੰਦੇ। ਜਿਵੇਂ ਇੱਕ ਗੱਲ ਦਾ ਹਾਸੇ ਦੀ ਹੈ, ਮੈਂ ਤੁਹਾਨੂੰ ਥੋੜੇ ਦਿਨ ਪਹਿਲਾਂ ਦੱਸੀ ਵੀ ਸੀ ਕਿ ਮੈਨੂੰ ਮਹਿਤਾਬ ਨੇ ਕਿਹਾ ਕਿ ਮੰਮਾ ਨਾ ਪਾਪਾ ਕਿੰਨੇ ਫਿੱਟ ਨੇ ਹਨਾ, ਤੇ ਕਹਿੰਦਾ ਵੀ ਤੁਸੀਂ ਵੀ ਐਕਸਰਸਾਈਜ਼ ਕਰਿਆ ਕਰੋ। ਤੇ ਮੈਂ ਕਿਹਾ ਵੀ ਮੇਰੇ ਕੋਲ ਟਾਈਮ ਨਹੀਂ ਹੁੰਦਾ। ਕਹਿੰਦਾ ਪਾਪਾ ਕਦੋਂ ਕਰ ਲੈਂਦੇ? ਮੈਂ ਕਿਹਾ ਜਦੋਂ ਮੈਂ ਬੱਚੇ ਤਿਆਰ ਕਰ ਰਹੀ ਹੁੰਦੀ ਹਾਂ ਨਾ। ਫਿਰ ਮੈਨੂੰ ਮਹਿਸੂਸ ਹੋਇਆ ਕਿ ਯਾਰ ਕੀ ਮੇਰੇ ਕੋਲ ਸਾਰੇ ਦਿਨ 'ਚ 1 ਘੰਟਾ ਵੀ ਨਹੀਂ ਹੁੰਦਾ ਆਪਣੇ ਲਈ। ਮਤਲਬ ਇਹ ਤਾਂ ਬਹਾਨੇ ਨੇ ਨਾ। ਜੇ ਮੈਂ ਕਹਾਂ ਕਿ ਮੈਂ ਤਾਂ ਸਾਰਾ ਦਿਨ 24 ਘੰਟੇ ਬਿਜ਼ੀ ਰਹਿੰਦੀ, ਇੱਦਾਂ ਤਾਂ ਹੁੰਦਾ ਨਹੀਂ। ਤੁਸੀਂ ਆਪਣਾ ਟਾਈਮ ਦੇਖ ਲਓ, ਕਈ ਵਾਰੀ ਅਸੀਂ 3-3 ਘੰਟੇ ਫੋਨ ਦੇਖਿਆ ਹੁੰਦਾ ਹੈ ਨਾ। ਬਿਲਕੁਲ ਸਹੀ। ਤੇ ਕਈ ਵਾਰੀ ਅਸੀਂ 2 ਘੰਟਾ ਕਿਸੇ ਨਾਲ ਐਵੇਂ ਫਜ਼ੂਲ ਦੀਆਂ ਗੱਲਾਂ ਮਾਰਦੇ ਵੇਸਟ ਕਰ ਦਿੰਦੇ ਹਾਂ, ਕਿਉਂਕਿ ਅਸੀਂ ਆਪਣੇ ਆਪ ਨੂੰ ਅਹਿਮੀਅਤ ਦਿੰਦੇ ਨਹੀਂ। ਇੱਕ ਦਿਨ ਮੈਂ ਗਨੂਨ ਨੂੰ ਕਹਿ ਰਹੀ ਸੀ ਕਿ ਹੁਣ ਤੇਰੇ 10ਵੀਂ ਦੇ ਪੇਪਰ ਹੋ ਜਾਣੇ ਆ, ਤੂੰ ਮਤਲਬ ਕੁਕਿੰਗ ਸਿੱਖੀ, ਡਰਾਈਵਿੰਗ ਸਿੱਖੀ, 2-3 ਚੀਜ਼ਾਂ ਮੈਂ ਉਹਨੂੰ ਹੋਰ ਗਿਣਾਤੀਆਂ ਨਾ। ਸੰਸਾਰ ਨੇ ਕਿਹਾ ਕਿ ਨਹੀਂ ਤੂੰ ਰਾਈਫਲ ਸ਼ੂਟਿੰਗ ਵੀ ਸਿੱਖੀ ਹੈ ਨਾ, ਕਿ ਉਹ ਕੁੜੀਆਂ ਲਈ ਅੱਗੇ ਜਾ ਕੇ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਆ। ਮੈਨੂੰ ਲੱਗਦਾ ਕਿ ਕੋਈ ਪਿਓ ਨਹੀਂ ਕਹਿੰਦਾ ਹੈਗਾ ਕਿ ਉਹਦੀ ਧੀ ਜਾਂ ਉਹਦੀ ਮਤਲਬ ਕੋਈ ਬੰਦਾ ਨਹੀਂ ਕਹਿੰਦਾ ਕਿ ਉਹਦੀ ਘਰ ਵਾਲੀ ਕਾਬਿਲ ਨਾ ਬਣੇ ਹੈ ਨਾ। ਮੈਨੂੰ ਤਾਂ ਲੱਗਦਾ ਕਿ ਸਗੋਂ ਜ਼ਿਆਦਾ ਜਿਹੜੀਆਂ ਥੋੜ੍ਹੀਆਂ ਜਿਹੀਆਂ ਬੋਲਡ ਢੰਗ ਦੀਆਂ ਕੁੜੀਆਂ ਜਾਂ ਔਰਤਾਂ ਹੁੰਦੀਆਂ ਨੇ ਉਹ ਬੰਦਿਆਂ ਨੂੰ ਜ਼ਿਆਦਾ ਪਸੰਦ ਨੇ, ਕਿਉਂਕਿ ਤੁਹਾਨੂੰ ਹਰ ਵਕਤ ਉਹਨਾਂ ਦੇ ਨਾਲ ਨਹੀਂ ਚੱਲਣਾ ਪੈਂਦਾ ਹੈ ਨਾ। ਛੋਟੀਆਂ ਚੀਜ਼ਾਂ ਨੂੰ ਉਹਨਾਂ ਨੂੰ ਸਮਝਾਉਣਾ ਨਹੀਂ ਪੈਂਦਾ। ਹਾਲੇ ਤੱਕ ਗੁਰਦੀਪ ਕੁੜੀਆਂ ਕੋਲੇ ਨਾ ਇੰਨਾ ਕੌਨਫੀਡੈਂਸ ਨਹੀਂ ਹੈਗਾ ਕਿ ਉਹ ਬਾਹਰ ਜਾ ਕੇ ਕਿਸੇ ਬੰਦੇ ਨਾਲ ਗੱਲ ਕਰ ਸਕਣ। ਉਹ ਉੱਥੇ ਵੀ ਆਪਾਂ ਘਬਰਾ ਜਾਂਦੇ ਹਾਂ, ਮੈਂ ਵੀ ਬਹੁਤ ਵਾਰੀ ਘਬਰਾ ਜਾਂਦੀ ਹਾਂ ਇਹਨਾਂ ਚੀਜ਼ਾਂ 'ਚ ਨਾ। ਪਰ ਫਿਰ ਮੈਨੂੰ ਲੱਗਿਆ ਕਿ ਯਾਰ ਇਹ ਲੋਕ ਉਹੀ ਨੇ ਜਿਨ੍ਹਾਂ ਨੇ 24 ਘੰਟੇ ਸਾਡੇ ਨਾਲ ਰਹਿਣਾ। ਅਸੀਂ ਕਿੱਥੇ ਆਪਣੀ ਜ਼ਿੰਦਗੀ 'ਚੋਂ ਮਾਈਨਸ ਕਰ ਦਾਂਗੇ ਇਹਨਾਂ ਨੂੰ ਹੈ ਨਾ। ਤੇ ਇਹ ਚੀਜ਼ਾਂ ਸਾਨੂੰ ਕਿਸੇ ਨੇ ਇਹ ਤਾਂ ਨਹੀਂ ਕਹਿਣਾ ਪਲੇਟਸ ਤਾਂ ਧਰ ਕੇ ਦੇਣੀਆਂ ਨੇ ਵੀ ਆਹ ਚੱਕ ਤੇਰਾ ਡਰਾਈਵਿੰਗ ਲਾਇਸੈਂਸ, ਆਹ ਚੱਕ ਤੇਰੀ ਫਲਾਣੀ ਚੀਜ਼ ਆ। ਸਗੋਂ ਮੈਂ ਤਾਂ ਕਹਿੰਦੀ ਕਿ ਤੁਹਾਨੂੰ ਹਰ ਚੀਜ਼ 'ਚ ਦਿਲਚਸਪੀ ਹੋਣੀ ਚਾਹੀਦੀ। ਤੁਸੀਂ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਘਰ ਵਾਲੇ ਕੋਲ ਕੀ ਪ੍ਰੋਪਰਟੀ ਆ, ਉਹਦੀ ਕੀ ਇਨਕਮ ਆ। ਜ਼ਿੰਦਗੀ 'ਚ ਕੋਈ ਇਹੋ ਜਿਹਾ ਰੱਬ ਨਾ ਕਰੇ ਦਿਨ ਆ ਜਾਵੇ ਕਿ ਤੁਸੀਂ, ਆਪਾਂ ਕਹਿੰਦੇ ਨਾ ਕਿ ਜਨਾਨੀ ਨੂੰ ਬਹੁਤ ਔਖਾ ਹੋ ਜਾਂਦਾ। ਕਿਉਂ ਔਖਾ ਹੋ ਜਾਂਦਾ? ਕਿਉਂਕਿ ਅਸੀਂ ਰਸੋਈ ਤੋਂ ਬਾਹਰ ਦਿਲਚਸਪੀ ਹੋ ਨਹੀਂ ਲਈ ਹੈ ਨਾ। ਨਿਆਣੇ ਨੇ 24 ਘੰਟੇ ਤੁਸੀਂ ਉਹਨਾਂ ਨੂੰ ਪਾਲਦੇ ਹੋ, ਮਾਂ ਉਹਨਾਂ ਨੂੰ ਖਵਾਉਂਦੀ ਆ, ਮਾਂ ਉਹਨਾਂ ਨੂੰ ਪੜ੍ਹਾਉਂਦੀ ਆ, ਮਾਂ ਉਹਨਾਂ ਨੂੰ ਤਿਆਰ ਕਰਦੀ ਆ, ਤੇ ਮਾਂ ਨੂੰ ਬੱਚੇ ਦਾ ਫੈਸਲਾ ਨਹੀਂ ਲੈਣਾ ਆਉਂਦਾ। ਤੇ ਜਿਹੜੇ ਬੱਚੇ ਨੇ ਦੇਖਿਆ ਕਿ ਘਰ 'ਚ ਮਾਂ ਇੰਨੀ ਵੀਕ ਆ ਕਿ ਪਾਪਾ ਨੂੰ ਪੁੱਛ ਲਾ ਤੇ ਉਹ ਕੱਲ ਨੂੰ ਨਿਆਣਾ ਉਹਦੇ ਤੋਂ ਕੀ ਸਿੱਖੂਗਾ ਕਿ ਜ਼ਿੰਦਗੀ 'ਚ ਮੈਂ ਆਪਣਾ ਡਿਸੀਜ਼ਨ ਲੈ ਸਕਦਾ ਕੋਈ ਜਾਂ ਨਹੀਂ ਹੈ ਨਾ। ਹੁਣ ਦੇਖੋ ਆਪਣੇ ਘਰਾਂ 'ਚ ਭੈਣੇ ਬਹੁਤੀ ਵਾਰ ਤਾਂ ਆਪਾਂ ਅਖਬਾਰ ਲਵਾਉਂਦੇ ਨਹੀਂ। ਆਪਾਂ ਨੂੰ ਆਇਆ ਵੀ ਇਹ ਵੇਸਟੇਜ ਆ ਹੈ ਨਾ, ਵੇਸਟੇਜ ਆਫ ਮਨੀ ਆ, ਟਾਈਮ ਆ, ਜੋ ਵੀ ਕਹ ਲਓ। ਪਰ ਜੇ ਘਰ 'ਚ ਅਖਬਾਰ ਆ ਰਹੇ ਆ ਜਾਂ ਕੋਈ ਕਿਤਾਬ ਪਈ ਆ ਤਾਂ ਉਹਨੂੰ ਘਰ ਦੇ ਬੰਦੇ ਪੜ੍ਹਨਗੇ ਹੈ ਨਾ, ਤੋਂ ਪੜ੍ਹ ਕੇ ਰੱਖ ਦੇਣਗੇ। ਸਾਡੇ ਲਈ ਅਖਬਾਰ ਸਿਰਫ ਰੋਟੀ ਲਪੇਟਣ ਦੇ ਕੰਮ ਆਉਂਦਾ ਜਾਂ ਸੈਲਫੋਨ ਤੇ ਵਿਛਾਉਣ ਦੇ ਕੰਮ ਆਉਂਦਾ ਹੈ ਨਾ। ਸੋ ਅਖਬਾਰ 'ਚ ਮੈਂ ਕਹਿੰਦੀ ਸਾਰਾ ਅਖਬਾਰ ਤੁਸੀਂ ਨਾ ਵੀ ਪੜ੍ਹੋ, ਤੁਸੀਂ ਉਹਦਾ ਪਹਿਲਾ ਪੇਜ ਤੇ ਤੁਸੀਂ ਉਹਦਾ ਐਡੀਟੋਰੀਅਲ ਪੜ੍ਹ ਲਓ। ਹੁਣ ਉਹ ਵੀ ਜਿਹੜੇ ਬੀਬੀ ਪਰਮਜੀਤ ਕੌਰ ਉਹ ਵੀ ਇਹ ਚੀਜ਼ ਕਹਿੰਦੇ ਸੀ, ਕਹਿੰਦੇ ਜੇ ਅਖਬਾਰ ਚੱਕ ਵੀ ਲੈਣਗੀਆਂ ਨਾ ਜਨਾਨੀਆਂ ਤਾਂ ਉਹ ਕਹਿੰਦੇ ਸਿੱਧਾ ਜਾ ਕੇ ਪਿੱਛੇ ਜਿਹੜਾ ਰੰਗੀਨ ਪੇਜ ਹੁੰਦਾ ਆ ਮਨੋਰੰਜਨ ਜਗਤ ਵਾਲਾ ਸੰਸਾਰ, ਹਾਂ ਵੀ ਉੱਥੇ ਜਾ ਕੇ ਰੁਕਦੀਆਂ ਨੇ ਹੈ ਨਾ। ਵੀ ਅਸੀਂ ਦਿਲਚਸਪੀ ਉਹ ਨਹੀਂ ਲੈਂਦੇ ਹੈਗੇ ਕਿ ਅੱਜ ਦੇਸ਼ ਦੁਨੀਆ ਦੇ ਵਿੱਚ ਕੀ ਵਾਪਰਿਆ ਹੈ ਨਾ, ਕੀ ਸਾਡੇ ਪ੍ਰਾਈਮ ਮਿਨਿਸਟਰ ਨੇ ਕਿਹਾ, ਕੀ ਸਾਡਾ CM ਕਰ ਰਿਹਾ, ਕੀ ਸਾਡੇ ਇਲਾਕੇ ਦਾ MP ਜਾਂ ਸਾਡਾ MLA ਕਰ ਰਿਹਾ ਹੈ ਨਾ, ਜਾਂ ਕਿਹੜੇ ਕੋਈ ਨਵੇਂ ਕਾਨੂੰਨ ਲਿਖੇ ਨੇ, ਜਾਂ ਅੱਜ ਦੀ ਸੰਪਾਦਕੀ 'ਚ ਕਿਹੜਾ ਵਿਸ਼ਾ ਡਿਸਕਸ ਕੀਤਾ ਗਿਆ, ਜਾਂ ਆਰਟੀਕਲ ਕਿਹੜੇ ਵਿਸ਼ੇ 'ਤੇ ਆਇਆ ਹੈ ਨਾ। ਵੀ ਕਹਿੰਦੇ ਸਾਰਾ ਅਖਬਾਰ ਤੁਸੀਂ ਭਾਵੇਂ ਨਾ ਵੀ ਪੜ੍ਹੋ, ਤੁਸੀਂ ਫਰੰਟ ਪੇਜ 'ਤੇ ਤੁਸੀਂ ਐਡੀਟੋਰੀਅਲ ਪੇਜ ਪੜ੍ਹ ਲਓ, ਤੁਹਾਡੇ ਕੋਲ ਕਾਫੀ ਨੌਲੇਜ ਇਕੱਠੀ ਹੋ ਜਾਂਦੀ ਹੈ ਨਾ। ਜਿਹਦੇ ਲਈ ਬਸ ਇਹ ਹੈ ਕਿ ਇੱਕ ਚੀਜ਼ ਇਹ ਨਹੀਂ ਵੀ ਕਿ ਨੌਲੇਜ ਹੀ ਤੁਹਾਨੂੰ ਸਿਰਫ ਮਿਲ ਰਹੀ ਆ,
ਇਹ ਵੀ ਚੀਜ਼ ਮੰਨਣ ਦੀ ਹੈ ਵੀ ਜਿੰਨੀ ਨੌਲੇਜ ਹੈ ਇਨਫੋਰਮੇਸ਼ਨ ਬੰਦੇ ਕੋਲੇ ਹੁੰਦੀ ਹੈ ਤੁਸੀਂ ਖੁਦ ਉਨੇ ਹੀ ਕੌਨਫੀਡੈਂਟ ਮਹਿਸੂਸ ਕਰਦੇ ਹੋ, ਹੈ ਨਾ। ਤੁਸੀਂ ਕਿਤੇ ਸੋਸ਼ਲ ਸਰਕਲ 'ਚ ਬੈਠੇ ਹੋ, ਮੈਂ ਤੇ ਮੇਰੀ ਫਰੈਂਡ ਦਮਨ ਪਰਸੋਂ ਚੌਥੇ ਬੈਠੇ ਗੱਲਾਂ ਕਰ ਰਹੇ ਸੀਗੇ, ਕਹਿੰਦੇ ਅਸੀਂ ਇੱਕ ਗੈਟ ਟੂਗੈਦਰ 'ਤੇ ਇਕੱਠੇ ਹੋਏ ਵੀ ਉਹ ਤੇ ਭਾਜੀ ਮਤਲਬ ਕਹਿੰਦੇ ਸਾਡੇ ਇੱਕ ਭਾਜੀ ਨੇ ਵੀ ਉਹ ਤੇ ਮੈਂ ਪੋਲੀਟਿਕਸ ਨੂੰ ਡਿਸਕਸ ਕਰ ਰਹੇ ਸੀ, ਕਹਿੰਦੇ ਵੀ ਉਹਨਾਂ ਦੀ ਵਾਈਫ ਬੋਰ ਹੋ ਰਹੀ ਸੀਗੀ, ਹੈ ਨਾ। ਕਹਿੰਦੇ ਵੀ ਉੱਥੇ ਧਿਆਨ ਲਾਇਆ ਵੀ ਇਹ ਇਸ ਕਰਕੇ ਬੋਰ ਹੋ ਰਹੀ ਹੈ ਕਿਉਂਕਿ ਇਹਨੂੰ ਪੋਲੀਟਿਕਸ ਦੀ ਨੌਲੇਜ ਨਹੀਂ ਹੈ। ਕਹਿੰਦੇ ਆਪਾਂ ਨੂੰ ਵੀ ਨੌਲੇਜ ਨਹੀਂ ਆ, ਪਰ ਘੱਟੋ ਘੱਟ ਆਪਾਂ ਨੂੰ ਇਹ ਪਤਾ ਵੀ ਕੀ ਸਰਕਾਰ ਕਰ ਰਹੀ ਹੈ ਤੇ ਕੀ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ, ਹੈ ਨਾ। ਉਨੀ ਕੁ ਚੀਜ਼ ਹੀ ਕਹਿੰਦੇ ਆਪਾਂ ਜੇ ਡਿਸਕਸ ਕਰ ਲਈਏ ਤਾਂ ਤੁਹਾਨੂੰ ਵੀ ਇਹ ਲੱਗਦਾ ਕਿ ਹਾਂਜੀ ਸਾਡੇ ਕੋਲੇ ਸੋਸਾਇਟੀ 'ਚ ਬਹਿ ਕੇ ਗੱਲ ਕਰਨ ਲਈ ਕੁਛ ਹੈਗਾ ਆ, ਤੇ ਸਾਹਮਣੇ ਵਾਲੇ ਬੰਦੇ ਨੂੰ ਵੀ ਤੁਹਾਡੇ ਨਾਲ ਗੱਲ ਕਰਨਾ ਚੰਗਾ ਲੱਗਦਾ ਵੀ ਇਹਨੂੰ ਘੱਟੋ ਘੱਟ ਥੋੜ੍ਹਾ ਬਹੁਤ ਤਾਂ ਪਤਾ ਹੈਗਾ, ਹੈ ਨਾ। ਜਿਵੇਂ ਆਪਾਂ ਕਹਿੰਦੇ ਨਾ ਵੀ ਕੌਨਫੀਡੈਂਸ ਦੀ ਗੱਲ, ਬਾਹਰ ਜਾਣ ਤੋਂ ਝਿਜਕਣਾ, ਉਹਦੀ ਇੱਕ ਝਿਜਕ ਇਹ ਵੀ ਹੁੰਦੀ ਆ ਵੀ ਬਾਹਰ ਗਏ ਨੂੰ ਮੈਨੂੰ ਕੋਈ ਪੁੱਛ ਹੀ ਨਾ ਲਵੇ। ਹਾਂ, ਕਈ ਵਾਰੀ ਤਾਂ ਜੇ ਕੋਈ ਕਿਸੇ ਨੂੰ ਆਪਾਂ ਨਾਰਮਲੀ ਟਾਈਮ ਵੀ ਪੁੱਛ ਲਈ ਨਾ ਉੱਥੇ ਵੀ ਬੰਦਾ ਘਬਰਾ ਜਾਂਦਾ, ਸਹੀ ਗੱਲ, ਕਿਉਂਕਿ ਇੰਟਰੈਕਸ਼ਨ ਨਹੀਂ ਕੀਤੀ ਹੁੰਦੀ, ਹੈ ਨਾ। ਮੈਨੂੰ ਲੱਗਦਾ ਕਿ ਇੱਕ ਤਾਂ ਘਰਾਂ 'ਚ ਅਖਬਾਰ ਤੇ ਦੂਸਰਾ ਕਿਤਾਬਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਤਾਂ ਇਹ ਨਹੀਂਗਾ ਕਿ ਕਿਤਾਬਾਂ ਨਿਆਣਿਆਂ ਨੇ ਪੜ੍ਹਨੀਆਂ ਨੇ ਜਾਂ ਫਿਰ ਯੂਥ ਹੀ ਪੜ੍ਹ ਸਕਦੀ ਆ ਇਕੱਲੀ। ਅਖਬਾਰ ਤੇ ਕਿਤਾਬਾਂ ਹਰ ਘਰ 'ਚ ਹੋਣੀਆਂ ਵੀ ਚਾਹੀਦੀਆਂ ਤੇ ਘਰ ਦੇ ਹਰ ਇੱਕ ਮੈਂਬਰ ਨੂੰ ਪੜ੍ਹਨਾ ਚਾਹੀਦਾ ਵਾ, ਹੈ ਨਾ। ਤੁਸੀਂ ਦੇਖੋ ਗੁਰਦੀਪ, ਕਈ ਘਰਾਂ 'ਚ ਨਾ ਜਨਾਨੀਆਂ ਦਾ ਬਹੁਤ ਰੋਹਬ ਹੁੰਦਾ ਹੈ ਨਾ। ਜਿਵੇਂ ਮੈਂ ਬਹੁਤ ਵਾਰੀ ਇਹ ਗੱਲ ਸੁਣਾਈ ਹੈ ਕਿ ਮੇਰਾ ਪੇਕਾ ਪਰਿਵਾਰ ਬਹੁਤ ਵੱਡਾ ਸੀ, ਪਰ ਮੇਰੇ ਦਾਦੀ ਦਾ ਬਹੁਤ ਜ਼ਿਆਦਾ ਰੋਹਬ ਸੀਗਾ, ਹੈ ਨਾ। ਉਹ ਇੰਨੇ ਮਤਲਬ ਠਰੰਮੇ ਨਾਲ ਤੇ ਇੰਨੇ ਰੋਹਬਦਾਰ ਢੰਗ ਨਾਲ ਗੱਲ ਕਹਿੰਦੇ ਹੁੰਦੇ ਸੀ ਕਿ ਸਾਰਿਆਂ ਨੂੰ ਮੰਨਣੀ ਪੈਂਦੀ ਸੀਗੀ, ਹੈ ਨਾ। ਮੈਂ ਉਸ ਤੋਂ ਤੀਜੀ ਪੀੜ੍ਹੀ ਹਾਂ, ਅਜੇ ਤੱਕ ਮੇਰੇ 'ਚੋਂ ਦਮ ਨਹੀਂ ਆਇਆ ਕਿ ਮੈਂ ਕਿਸੇ ਨੂੰ ਰੋਹਬ ਨਾਲ ਕੋਈ ਗੱਲ ਕਹਿ ਸਕਾਂ, ਹੈ ਨਾ। ਇਹ ਉਹਨਾਂ ਕੋਲ ਕੀ ਐਜੂਕੇਸ਼ਨ ਸੀ? ਕੋਈ ਨਹੀਂ ਸੀਗੀ। ਗੱਲ ਕੀ ਹੈ ਕਿ ਬੰਦਾ ਆਪਣੇ ਆਪ ਸਿੱਖਦਾ ਕਿ ਹਰ ਚੀਜ਼ 'ਚ ਮੇਰੀ ਦਿਲਚਸਪੀ ਹੋਣੀ ਚਾਹੀਦੀ ਆ। ਮੈਂ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ 'ਚ ਵੀ ਸਲਾਹ ਦਿੰਦੇ ਦੇਖਿਆ, ਬਿਲਕੁਲ ਸਹੀ, ਔਰ ਸੁਣੀ ਵੀ ਜਾਂਦੀ ਸੀਗੀ, ਕਿਉਂਕਿ ਜਦੋਂ ਤੁਹਾਨੂੰ ਪਤਾ ਹੁੰਦਾ ਕਿ ਸਾਹਮਣੇ ਵਾਲਾ ਬੰਦਾ ਜਿਹੜੀ ਗੱਲ ਕਹਿ ਰਿਹਾ ਇਹ ਸਹੀ ਆ, ਉਹ ਸੁਣੀ ਜਾਊਗੀ। ਜੇ ਹੁਣ ਤੁਸੀਂ ਉਹੀ ਇਸ ਚੀਜ਼ 'ਚ ਬੈਠੇ ਰਹੋਗੇ ਕਿ ਮੈਂ ਮਤਲਬ ਇੱਕ ਨੌਕਰੀ ਕਰਦੀ ਹਾਂ, ਮੈਂ ਸਵੇਰੇ ਉੱਥੇ ਜਾਣਾ, ਮੈਂ ਸ਼ਾਮ ਨੂੰ ਆਉਣਾ, ਰਸਤੇ 'ਚ ਕੀ ਵਾਪਰ ਰਿਹਾ ਕੀ ਹੋ ਰਿਹਾ ਤੁਹਾਨੂੰ ਨਹੀਂ ਪਤਾ, ਹੈ ਨਾ। ਤੁਸੀਂ ਘਰੇ ਆ ਕੇ ਤੁਹਾਨੂੰ ਇਹ ਪਤਾ ਕਿ ਇੱਕ ਘਰ ਆ, ਉਹ 'ਚ ਮੈਂ ਨਿਆਣੇ ਪਾਲਣੇ ਨੇ, ਮੈਂ ਰਸੋਈ ਸਾਂਭਣੀ ਆ, ਤੇ ਉਸ ਤੋਂ ਇਲਾਵਾ ਤੁਹਾਡੇ ਘਰ ਪਰਿਵਾਰ ਦਾ ਦੁਨੀਆਦਾਰੀ ਨਾਲ ਕੀ ਹਿਸਾਬ ਕਿਤਾਬ ਚੱਲ ਰਿਹਾ ਤੁਹਾਨੂੰ ਨਹੀਂ ਪਤਾ। ਜਿਹੜੀ ਜਨਾਨੀ ਸਿਆਣਪ ਨਾਲ ਗਹਿਣੇ ਸਾਰੀ ਉਮਰ ਮਤਲਬ ਸੰਭਾਲ ਸਕਦੀ ਆ, ਉਹਨੂੰ ਜਾਇਦਾਦ ਦੇ ਪੇਪਰ ਨਹੀਂ ਸੰਭਾਲਣੇ ਆਉਂਦੇ। ਵੇਲੇ ਉਹ ਕਹੂਗੀ ਇਹ ਤਾਂ ਤੁਸੀਂ ਹੀ ਰੱਖ ਲਓ, ਇਹ ਮੇਰਾ ਕੰਮ ਨਹੀਂ ਹੈਗਾ। ਵੱਡੇ ਲੈਣ ਦੇਣ ਅਸੀਂ ਖੁਦ ਨਹੀਂ ਕਰ ਸਕਦੀਆਂ ਹੈਗੀਆਂ, ਜਦ ਕਿ ਮੈਨੂੰ ਲੱਗਦਾ ਕਿ ਉਹਨਾਂ 'ਚ ਵੀ ਇਹੋ ਜਿਹਾ ਕੁਝ ਨਹੀਂ ਹੈਗਾ ਜਿਹੜਾ ਮਤਲਬ ਤੁਹਾਨੂੰ ਕੋਈ ਬਹੁਤ ਦਿਮਾਗ ਲਾਉਣਾ ਪਊਗਾ ਜਾਂ ਤੁਹਾਨੂੰ ਬਹੁਤ ਹਿਸਾਬ ਕਿਤਾਬ ਕਰਨੇ ਪੈਂਦੇ ਨੇ ਨਾ। ਅੱਜ ਤੱਕ ਵੀ ਅਸੀਂ ਖਰੀਦਦਾਰੀ ਕਰਕੇ ਕਹਿ ਦਿੰਦੇ ਘਰ ਵਾਲਿਆਂ ਨੂੰ ਤੁਸੀਂ ATM ਚਲਾ ਦਿਓ, ਇੱਥੇ ਆ ਪਿੰਨ ਭਰੇ ਕਿੰਨੀ ਹਾਸੇ ਵਾਲੀ ਗੱਲ ਆ ਨਾ। ਸਹੀ ਗੱਲ ਆ। ਤੇ ਸਾਰਿਆਂ ਦੇ ਹੋ ਸਕਦਾ ਹਾਲਾਤ ਆਪਣੇ ਵਰਗੇ ਨਾ ਹੋਣ, ਵਾਕਈ ਕਈਆਂ ਨੂੰ ਨਿਕਲਣ ਦਾ ਮੌਕਾ ਵੀ ਨਹੀਂ ਮਿਲਦਾ, ਪਰ ਮੈਨੂੰ ਲੱਗਦਾ ਤੁਹਾਡੇ ਦਾਇਰੇ 'ਚ ਵੀ ਜਿੰਨੀਆਂ ਕੁ ਚੀਜ਼ਾਂ ਨੇ ਉਨੀਆਂ ਕਿ ਸਿੱਖ ਲਓ ਤੁਸੀਂ, ਹੈ ਨਾ। ਉਹ ਕੋਈ ਬਹੁਤ ਵੱਡੀ ਚੀਜ਼ ਨਹੀਂ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਨੂੰ ਘਰੋਂ ਬਾਹਰ ਨਿਕਲ ਕੇ ਪਤਾ ਚੱਲਿਆ ਸੀਗਾ ਕਿ ਘਰੋਂ ਬਾਹਰ ਜਿਹੜਾ ਬੰਦਾ ਗਿਆ ਹੋਇਆ ਉਹਨੂੰ ਬਾਜ਼ਾਰ 'ਚੋਂ, ਉਹਨੂੰ ਸੜਕਾਂ 'ਤੇ ਕਿੰਨਾ ਕੁਝ ਫੇਸ ਕਰਨਾ ਪੈਂਦਾ, ਹੈ ਨਾ। ਤੇ ਜੇ ਨਿਕਲਾਂਗੇ ਨਹੀਂ ਸਾਨੂੰ ਸੱਚੀ ਕਿਵੇਂ ਪਤਾ ਚੱਲੂਗਾ? ਸਹੀ ਗੱਲ ਆ। ਤੇ ਨਾਲੇ ਮੈਨੂੰ ਲੱਗਦਾ ਕਿ ਜਿਹੜੀਆਂ ਚੀਜ਼ਾਂ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਲੈਣੀਆਂ, ਉਹਦੇ ਲਈ ਸਾਨੂੰ ਕੋਈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਕਿਤੇ ਸਪੈਸ਼ਲ ਕੁਛ ਮੂਵਮੈਂਟ ਚਲਾਉਣ ਦੀ ਲੋੜ ਨਹੀਂ ਹੈਗੀ, ਜਿਹੜੀਆਂ ਅਸੀਂ ਖੁਦ ਕਰ ਸਕਦੇ ਹਾਂ, ਜਿਹਦੇ ਨਾਲ ਸਾਡਾ ਕੌਨਫੀਡੈਂਸ ਵਧੂਗਾ, ਸਾਡਾ ਆਤਮ ਵਿਸ਼ਵਾਸ ਵਧੂਗਾ, ਜਿਹਦੇ ਨਾਲ ਅਸੀਂ ਬਾਹਰ 4 ਲੋਕਾਂ ਦੇ ਨਾਲ ਖੜ ਬਹਿ ਸਕਦੇ ਹਾਂ, ਗੱਲ ਕਰ ਸਕਦੇ ਹਾਂ। ਉਹ ਵਾਲੀਆਂ ਚੀਜ਼ਾਂ ਤਾਂ ਮੈਨੂੰ ਲੱਗਦਾ ਕਿ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਨੇ, ਹੈ ਨਾ। ਫੇਰ ਹੀ ਵੂਮਨਸ ਡੇ ਮਨਾਉਣ ਦਾ ਕੋਈ ਫਾਇਦਾ ਅਦਰਵਾਈਜ਼ ਨਹੀਂ ਹੈਗਾ, ਹੈ ਨਾ। ਦੇਖੋ ਸਾਰੇ ਕੰਮਾਂ 'ਚ ਕੋਈ ਬੰਦਾ ਪਰਫੈਕਟ ਨਹੀਂ ਹੋ ਸਕਦਾ, ਹੈ ਨਾ। ਜਿਵੇਂ ਪਰਸੋਂ ਆਪਾਂ ਡਾਕਟਰ ਨਰਿੰਦਰ ਕਪੂਰ ਕਹਿੰਦੇ ਵੀ ਇੱਕ ਕਲਰਕ ਹੁੰਦਾ, ਸਾਰੇ ਟੀਚਰ ਜਾ ਕੇ ਉਹਨੂੰ ਪੁੱਛੀ ਜਾਂਦੇ ਹੁੰਦੇ ਇਸ ਵਾਰ ਕਿੰਨੀ ਤਨਖਾਹ ਵਧੂਗੀ, ਇਸ ਵਾਰ ਕਿੰਨੀ ਤਨਖਾਹ ਵਧੂ। ਉਹ ਕਹਿੰਦੇ ਵੀ ਉਹਨੂੰ ਕਿਵੇਂ ਪਤਾ ਹੁੰਦਾ, ਕਿਉਂਕਿ ਉਹਨੇ ਦਿਲਚਸਪੀ ਲਈ ਹੁੰਦੀ ਆ, ਉਹਦਾ ਕੰਮ ਹੁੰਦਾ, ਹੈ ਨਾ। ਤੇ ਉਹ ਕਹਿੰਦੇ ਜੇ ਤੁਸੀਂ ਟੀਚਰ ਹੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਦਿਲਚਸਪੀ ਇਕੱਲੀ ਪੜ੍ਹਾਉਣ 'ਚ ਹੋਣੀ ਚਾਹੀਦੀ ਆ, ਤੁਹਾਡੀ ਕਿਸੇ ਕੰਮ 'ਚ ਵੀ ਦਿਲਚਸਪੀ ਹੋ ਸਕਦੀ ਆ। ਤੇ ਇਦਾਂ ਹੀ ਮੈਨੂੰ ਲੱਗਦਾ ਜੇ ਅਸੀਂ ਕੁੜੀਆਂ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਡੀ ਦਿਲਚਸਪੀ ਬਹੁਤ ਸੀਮਿਤ ਦਾਇਰਿਆਂ ਤੱਕ, ਹੈ ਨਾ। ਸਾਡੀ ਦਿਲਚਸਪੀ ਕਿਸੇ 'ਚ ਵੀ ਹੋ ਸਕਦੀ ਆ। ਮੈਨੂੰ ਇੱਕ ਚੀਜ਼ ਬਹੁਤ ਅਜੀਬ ਲੱਗਦੀ ਹੁੰਦੀ ਹੈ ਕਿ ਅਜੇ ਤੱਕ ਅਸੀਂ ਕੁੜੀਆਂ ਨਾ ਕਿਸੇ ਦੀ ਤਾਰੀਫ ਨਹੀਂ ਕਰ ਸਕਦੀਆਂ, ਬੰਦੇ ਦੀ ਖਾਸ ਕਰਕੇ, ਹੈ ਨਾ। ਸਾਨੂੰ ਲੱਗਦਾ ਕਿ ਇਹ ਵੀ ਮੇਰੇ ਹਿੱਸੇ ਹੀ ਆਇਆ ਕਿ ਮੇਰੀ ਕੀਤੀ ਜਾਵੇ, ਹੈ ਨਾ। ਅਸੀਂ ਹੁਣ ਤੱਕ ਵੀ ਤੋਹਫੇ ਮੰਗਦੇ ਆ, ਅਸੀਂ ਤੋਹਫੇ ਦੇਣੇ ਨਹੀਂ ਸਿੱਖੇ। ਤੇ ਉਹੀ ਚੀਜ਼ ਹੈ ਕਿ ਹਾਲੇ ਤੱਕ ਵੀ ਅਸੀਂ ਘਰ ਸੰਭਾਲਣਾ ਸਿੱਖਿਆ, ਘਰ ਤੋਂ ਬਾਹਰ ਜਾਣਾ ਨਹੀਂ ਸਿੱਖਿਆ। ਜਿੱਦਣ ਸਾਨੂੰ ਉਹ ਕੁਛ ਆ ਗਿਆ ਮੈਨੂੰ ਲੱਗਦਾ ਉਦੋਂ ਅਸੀਂ ਸਾਰਾ ਕੁਝ ਸਿੱਖ ਜਾਵਾਂਗੇ। ਤੇ ਇੱਕ ਨਾ ਮਤਲਬ ਬੰਦਿਆਂ 'ਚ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਇੱਕ ਪ੍ਰੋਟੈਕਸ਼ਨ ਦੇ ਨਾਂ 'ਤੇ ਕਿ ਤੁਸੀਂ ਸਿਕਿਉਰ ਕਰਦੇ ਰਹਿੰਦੇ ਹੋ ਲੇਡੀ ਨੂੰ ਕਿ ਇੱਥੇ ਨਾ ਜਾ, ਇਹ ਰਿਸਕ ਆ, ਉੱਥੇ ਨਾ ਜਾ।
ਮੈਨੂੰ ਲੱਗਦਾ ਕਿ ਉਹਨੂੰ ਥੋੜੇ ਜਿਹੇ ਧੱਕੇ ਖਾ ਲੈਣ ਦੇਣੇ ਚਾਹੀਦੇ, ਖੁੱਲਾ ਛੱਡਣਾ ਚਾਹੀਦਾ ਬੰਦੇ ਨੂੰ। ਮੈਂ ਨਾ ਇੱਕ ਵਾਰੀ ਅਸੀਂ ਪਿੰਡ ਸੀਗੇ ਤੇ ਮੈਂ ਮੋਹਾਲੀ ਸੀਗੀ ਤੇ 7 ਵਜੇ ਹੋਏ ਸੀਗੇ, ਉੱਧਰ ਸਿਆਲਾਂ ਦਾ ਟਾਈਮ ਸੀਗਾ। ਇਹਨੂੰ ਮਤਲਬ ਦੋਨੋਂ ਨਜ਼ਰੀਏ ਨਾਲ ਆਪਾਂ ਦੇਖ ਸਕਦੇ ਹਾਂ। ਇੱਕ ਤੇ ਇਹ ਵੀ ਦੇਖ ਸਕਦੇ ਹਾਂ ਵੀ ਆਪਾਂ ਇੰਨੀ ਰਾਤ ਨੂੰ ਤੁਹਾਨੂੰ ਇਕੱਲੇ ਬਾਹਰ ਨਹੀਂ ਆਉਣਾ ਚਾਹੀਦਾ ਸਫ਼ਰ ਤੇ, ਹੈ ਨਾ। ਦੂਸਰਾ ਜਿਹੜਾ ਮੇਰੇ ਹਸਬੈਂਡ ਦਾ ਪਰਸਪੈਕਟਿਵ ਸੀਗਾ, ਉਹ ਕਹਿੰਦਾ ਇਨ ਕੇਸ ਐਮਰਜੈਂਸੀ ਤੈਨੂੰ ਕਦੇ ਰਾਤ ਨੂੰ ਟਰੈਵਲ ਕਰਨਾ ਪੈ ਜਾਵੇ, ਤੈਨੂੰ ਫੈਮਿਲੀ ਨੂੰ ਕਿਤੇ ਇੱਧਰ ਉੱਧਰ ਲਿਜਾਣਾ ਪਏ, ਕੋਈ ਮੈਡੀਕਲ ਐਮਰਜੈਂਸੀ, ਕਹਿੰਦੇ ਤੇਰਾ ਡਰ ਨਿਕਲ ਗਿਆ ਨਾ। ਮੈਂ ਕਿਹਾ ਹਾਂਜੀ ਨਿਕਲ ਗਿਆ ਨਾ। ਕਹਿੰਦੇ ਬਸ ਫਿਰ ਇੰਨੀ ਕੁ ਗੱਲ ਸੀਗੀ। ਮੈਂ ਕਿਹਾ ਜੇ ਰਾਹ 'ਚ ਕੋਈ ਗੱਡੀ ਖਰਾਬ ਹੋ ਜਾਂਦੀ, ਕਹਿੰਦੇ ਕਿੰਨੇ ਘੰਟੇ ਦਾ ਰਸਤਾ? ਮੈਂ ਕਿਹਾ 1.5 ਘੰਟੇ ਦਾ। ਕਹਿੰਦੇ ਮੈਨੂੰ ਕਿੰਨਾ ਟਾਈਮ ਲੱਗਣਾ ਸੀ ਤੇਰੇ ਤੱਕ ਪਹੁੰਚਦਿਆਂ ਹੋਇਆ, ਹੈ ਨਾ। ਸੋ ਕਈ ਵਾਰੀ ਇਹ ਨਹੀਂ ਹੈਗਾ ਕਿ ਆਪਾਂ ਜਿਵੇਂ ਆਪਾਂ ਇੱਕ ਐਪੀਸੋਡ ਨਹੀਂ ਸੀ ਕੀਤਾ ਵੀ ਡਰਦੇ ਮਾਰੇ ਜ਼ਿੰਦਗੀ ਜਿਉਣੀ ਨਾ ਭੁੱਲ ਜਾਓ। ਮੈਨੂੰ ਪਤਾ ਹਰ ਇੱਕ ਚੀਜ਼ 'ਚ ਸੇਫਟੀ ਬਹੁਤ ਜ਼ਰੂਰੀ ਹੁੰਦੀ ਆ, ਪਰ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਚੀਜ਼ ਕਹੀ ਹੈ, ਕਹਿੰਦੇ ਹਾਂ ਇਹ ਵੀ ਹੈਗਾ ਕਿ ਤੇਰਾ ਇਕੱਲੇ ਮਤਲਬ ਘਰੋਂ ਜਦੋਂ ਨਿਕਲਦੇ ਆ ਤਾਂ ਸਾਨੂੰ ਟਾਈਮ ਜ਼ਰੂਰ ਦੇਖਣਾ ਚਾਹੀਦਾ ਵੀ ਅਸੀਂ ਕਿਸ ਵੇਲੇ ਨਿਕਲ ਰਹੇ ਹਾਂ, ਜਾਂ ਤੁਸੀਂ ਕਿਸੇ ਨਵੇਂ ਰਾਹ ਤੇ ਜਾਂ ਕਿਸੇ ਨਵੇਂ ਸਫ਼ਰ ਤੇ ਨਾ ਜਾਓ ਜਿੱਥੇ ਤੁਹਾਨੂੰ ਕੋਈ ਤੰਗੀ ਆਵੇ ਤੇ ਤੁਹਾਡੇ ਤੱਕ ਕੋਈ ਪਹੁੰਚ ਵੀ ਨਾ ਕਰ ਸਕੇ, ਹੈ ਨਾ। ਪਰ ਦੂਜੇ ਨਜ਼ਰੀਏ ਇਹ ਵੀ ਹੈ ਵੀ ਜਿੰਨੀ ਦੇਰ ਤੱਕ ਤੁਸੀਂ ਰਾਹਾਂ ਤੇ ਨਹੀਂ ਜਾਓਗੇ, ਜਿਵੇਂ ਕਈ ਵਾਰੀ ਗੱਡੀ ਕਿਤੇ ਮਾੜੀ ਮੋਟੀ ਲੱਗ ਜਾਂਦੀ, ਜਿਵੇਂ ਕਹਿੰਦਾ ਮੇਰੇ ਤੋਂ ਅੱਜ ਗੱਡੀ ਲੱਗ ਗਈ ਹੈ ਨਾ, ਤਾਂ ਕਹਿੰਦੇ ਕੋਈ ਗੱਲ ਨਹੀਂ ਚੱਲੂਗੀ ਤਾਂ ਲੱਗੂਗੀ, ਹੈ ਨਾ। ਜੇ ਖੜੀ ਰਹੋਗੇ ਕਹਿੰਦੇ ਨਾ ਇਹ ਲੱਗਣੀ ਹੈ ਨਾ ਚੱਲਣੀ ਆ, ਜੇ ਚਲਾਏਂਗੇ ਸੜਕ ਤੇ ਹੋਊਗੇ ਕਹਿੰਦੇ ਮਾੜੀ ਮੋਟੀ ਤਾਂ ਲੱਗੂਗੀ, ਕੋਈ ਚੱਕਰ ਨਹੀਂ ਗੀ, ਹੈ ਨਾ। ਮੈਨੂੰ ਲੱਗਦਾ ਕਿ ਜ਼ਿੰਦਗੀ ਨੂੰ ਦੋਵੇਂ ਨਜ਼ਰੀਆਂ ਨਾਲ ਦੇਖਣਾ ਚਾਹੀਦਾ। ਠੀਕ ਆ, ਸੇਫਟੀ ਸਿਕਿਉਰਿਟੀ ਬਹੁਤ ਜ਼ਰੂਰੀ ਹੈ, ਇਹ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਸਾਡੀ, ਪਰ ਪ੍ਰਾਇੋਰਟੀ ਸੇਫਟੀ ਤੁਹਾਡਾ ਡਰ ਨਹੀਂ ਬਣਨੀ ਚਾਹੀਦੀ, ਹੈ ਨਾ। ਕਿ ਹਰ ਇੱਕ ਚੀਜ਼ 'ਚ ਤੁਸੀਂ ਘੁੱਟ ਅੰਦਰ ਹੀ ਬੰਦੇ ਨੂੰ ਰੱਖੀ ਜਾਵੋ ਵੀ ਇੱਥੋਂ ਵੀ ਤੈਨੂੰ ਸੇਫ ਰੱਖਾਂ, ਇੱਥੋਂ ਵੀ ਤੈਨੂੰ ਸੇਫ ਰੱਖਾਂ, ਤੇ ਉਹ ਬੰਦਾ ਘਰ ਦੇ ਅੰਦਰ ਇੰਨਾ ਜ਼ਿਆਦਾ ਕੈਦ ਹੋ ਜਾਵੇ ਵੀ ਉਹ ਜ਼ਿੰਦਗੀ ਮੰਨਣੀ ਉਹ ਭੁੱਲ ਜਾਵੇ, ਤੇ ਜ਼ਿੰਦਗੀ 'ਚ ਆਇਆ ਨਾ ਆਇਆ ਉਹਨੂੰ ਇੱਕੋ ਵਰਗਾ ਲੱਗੇ ਵੀ ਨਾ ਤਾਂ ਮੈਂ ਕੁਝ ਕਰ ਸਕਿਆ, ਨਾ ਮੈਂ ਕੁਝ ਜ਼ਿੰਦਗੀ 'ਚ ਨਵਾਂ ਸਿੱਖ ਸਕਿਆ, ਹੈ ਨਾ। ਗੁਰਦੀਪ, ਆਪਣੇ 'ਚ ਵੀ ਹਰ ਰੋਜ਼ ਕੋਈ ਨਾ ਕੋਈ ਚੀਜ਼ ਐਡੀਸ਼ਨ ਹੋਣੀ ਚਾਹੀਦੀ ਹੈ, ਹੈ ਨਾ। ਤੇ ਉਹ ਮੈਨੂੰ ਲੱਗਦਾ ਉਹੀ ਹੈ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਐਕਸਪਲੋਰ ਕਰਦੇ ਹੋ, ਜਦੋਂ ਤੁਹਾਨੂੰ ਪਤਾ ਹੈ ਕਿ ਪਹਿਲਾਂ ਮੇਰੇ 'ਚ 4 ਕੁਆਲਿਟੀਜ਼ ਸੀ, ਹੁਣ ਮੈਂ ਸਾਲ ਬਾਅਦ ਮੇਰੇ 'ਚ 5 ਨੇ, ਉਹ ਹੋਣੀਆਂ ਹੀ ਚਾਹੀਦੀਆਂ ਨੇ। ਇਕੱਲੇ ਤੁਹਾਡੀ ਉਮਰ ਦੇ ਸਾਲ ਨਹੀਂ ਵਧਣੇ ਚਾਹੀਦੇ, ਤੁਹਾਡੇ 'ਚ ਕੁਝ ਨਵਾਂ ਵੀ ਵਾਪਰਨਾ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਸੋ ਅੱਜ ਦੇ ਐਪੀਸੋਡ 'ਚ ਇੰਨਾ ਹੀ। ਉਮੀਦ ਹੈ ਕਿ ਤੁਸੀਂ ਅੱਜ ਦੇ ਐਪੀਸੋਡ ਨੂੰ ਪਸੰਦ ਕਰੋਗੇ। ਬਾਕੀ ਤੁਸੀਂ ਕੀ ਰਾਏ ਰੱਖਦੇ ਹੋ, ਤੁਹਾਡਾ ਕੀ ਮੰਨਣਾ ਜਾਂ ਕਹਿਣਾ ਸੁਣਨਾ ਆ, ਉਹ ਤੁਸੀਂ ਹਮੇਸ਼ਾ ਦੀ ਤਰ੍ਹਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ। ਤੇ ਇੱਕ ਵਾਰ ਫਿਰ ਤੋਂ ਦੱਸ ਰਹੇ ਹਾਂ ਕਿ ਗੱਲ ਤੇ ਗੱਲ ਦਾ ਇਹ ਐਪੀਸੋਡ ਸਪਾਂਸਰ ਕੀਤਾ ਸੀ ਵਿਰਸਾ ਢਾਬਾ ਨੇ। ਇੱਥੇ ਨੀਚੇ ਪ੍ਰੋਗਰਾਮ 'ਚ ਇੱਕ ਪੱਟੀ ਚੱਲਦੀ ਹੋਊਗੀ ਜਿੱਥੇ ਇਹਨਾਂ ਦਾ ਪ੍ਰੋਪਰ ਐਡਰੈਸ ਵੀ ਤੁਹਾਨੂੰ ਮਿਲ ਜੂਗਾ, ਇਹਨਾਂ ਦਾ ਫ਼ੋਨ ਨੰਬਰ ਵੀ ਤੁਹਾਨੂੰ ਮਿਲ ਜੂਗਾ। ਜ਼ਰੂਰ ਜਾਇਓ, ਬਹੁਤ ਸਵਾਦ ਖਾਣਾ ਵੀ ਆ, ਬਹੁਤ ਵਧੀਆ ਲੋਕੇਸ਼ਨ ਵੀ ਆ, ਪਾਰਕਿੰਗ ਦੀ ਕੋਈ ਦਿੱਕਤ ਨਹੀਂ ਆ। ਸੋ ਅਗਰ ਤੁਹਾਡਾ ਕਿਤੇ ਇੱਧਰ ਨੂੰ ਮੋਹਾਲੀ ਵੱਲ ਨੂੰ ਜਾਂ ਮੋਹਾਲੀ ਤੋਂ ਫਤਿਹਗੜ੍ਹ ਸਾਹਿਬ ਨੂੰ ਚੱਕਰ ਲੱਗਦਾ ਤਾਂ ਤੁਸੀਂ ਜ਼ਰੂਰ ਇਸ ਢਾਬੇ 'ਤੇ ਰੁਕਿਓ। ਸਭ ਤੋਂ ਖਾਸ ਗੱਲ ਮੈਨੂੰ ਇਹਨਾਂ ਦੀ ਇਹ ਲੱਗਦੀ ਹੈ ਕਿ ਸ਼ੁੱਧ ਵੈਸ਼ਨੂ ਢਾਬਾ। ਆਪਾਂ ਬਹੁਤ ਸਾਰੇ ਜਿਹੜੇ ਲੋਕੀ ਨੌਨ ਵੈਜ ਨਹੀਂ ਖਾਂਦੇ ਤਾਂ ਉਹ ਬਹੁਤ ਘੱਟ ਥਾਵਾਂ ਉਹਨਾਂ ਨੂੰ ਮਿਲਦੀਆਂ ਨੇ ਕਿ ਜਿੱਥੇ ਉਹ ਪਰਿਵਾਰ ਸਮੇਤ ਆਪਣੀ ਮਨਪਸੰਦ ਦਾ ਖਾਣਾ ਖਾ ਸਕਣ। ਸੋ ਇਹਨਾਂ ਦੀ ਖਾਸੀਅਤ ਆ ਕਿ ਤੁਸੀਂ ਇੱਥੇ ਆ ਕੇ ਪਿਓਰ ਵੈਜੀਟੇਰੀਅਨ ਖਾਣਾ ਖਾ ਸਕਦੇ ਹੋ। ਬਾਕੀ ਇਸ ਪ੍ਰੋਗਰਾਮ 'ਚ ਇੰਨਾ ਹੀ। ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।